ਹੈਲੋ ਸਟੂਡੈਂਟਸ, ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ CS ਲੈਕਚਰਸ ਦੇ ਉੱਪਰ। ਅੱਜ ਆਪਾਂ C++ ਦੀ ਕਲਾਸ ਸ਼ੁਰੂ ਕਰ ਰਹੇ ਹਾਂ। ਇਹਦੇ ਵਿੱਚ ਆਪਣਾ ਅੱਜ ਫਸਟ ਸੈਸ਼ਨ ਹੈ, ਜਿਹਦੇ ਵਿੱਚ ਆਪਾਂ ਕਵਰ ਕਰਾਂਗੇ ਪ੍ਰੋਸੀਜਰਲ ਓਰੀਐਂਟਡ ਅਪਰੋਚ ਅਤੇ ਆਬਜੈਕਟ ਓਰੀਐਂਟਡ ਅਪਰੋਚ। ਕਲੀਅਰ। ਇਹਦੇ ਵਿੱਚ ਆਪਾਂ ਪ੍ਰੋਸੀਜਰਲ ਓਰੀਐਂਟਡ ਅਪਰੋਚ ਕੀ ਹੈ ਉਹਨੂੰ ਥੋੜ੍ਹਾ ਦੇਖਾਂਗੇ। ਨੈਕਸਟ ਫਿਰ ਆਪਾਂ ਆਬਜੈਕਟ ਓਰੀਐਂਟਡ ਅਪਰੋਚ ਕੀ ਹੈ, ਉਹਦੇ ਵਿੱਚ ਕਿਹੜੇ ਕਨਸੈਪਟ ਯੂਜ਼ ਹੁੰਦੇ ਆ, ਕਿਉਂ ਇਹਦੀ ਲੋੜ ਪਈ ਹੈ, ਕੀ ਇਹਦਾ ਰੋਲ ਹੈਗਾ। ਕਲੀਅਰ। ਇਹ ਆਪਾਂ ਦੇਖਾਂਗੇ। ਹੁਣ ਇਸ ਤੋਂ ਪਹਿਲਾਂ ਤੁਸੀਂ ਸੀ ਲੈਂਗੁਏਜ ਪੜ੍ਹੀ ਹੈ ਅਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਜਿਹੜੀ ਸੀ ਲੈਂਗੁਏਜ ਹੈ ਇਹ ਪ੍ਰੋਸੀਜਰਲ ਓਰੀਐਂਟਡ ਅਪਰੋਚ 'ਤੇ ਬੇਸਡ ਹੈ। ਕਲੀਅਰ। ਪ੍ਰੋਸੀਜਰਲ ਓਰੀਐਂਟਡ ਅਪਰੋਚ ਕੀ ਹੈ, ਕੁਛ ਪੁਆਇੰਟਸ ਆਪਾਂ ਇਹਦੇ ਦੇਖਾਂਗੇ ਇੱਕ ਵਾਰੀ, ਕਿਉਂਕਿ ਆਪਾਂ ਇਸ ਤੋਂ ਬਾਅਦ ਆਪਾਂ ਆਬਜੈਕਟ ਓਰੀਐਂਟਡ ਅਪਰੋਚ ਨੂੰ ਦੇਖਣਾ ਹੈ। ਫਿਰ ਆਪਾਂ C++ ਜਿਹੜੀ ਲੈਂਗੁਏਜ ਆ ਉਹਨੂੰ ਆਪਾਂ ਪੜ੍ਹਨਾ, ਠੀਕ ਹੈ। ਅਤੇ ਇਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਪ੍ਰੋਸੀਜਰਲ ਅਪਰੋਚ ਜਿਹੜੀ ਉਹਨੂੰ ਆਪਾਂ ਦੇਖਾਂਗੇ। ਹੁਣ ਪ੍ਰੋਸੀਜਰਲ ਅਪਰੋਚ ਹੈ ਜਿਹੜੀ ਫਸਟ, ਹੁਣ ਇਹਦੇ ਵਿੱਚ ਕੀ ਪੁਆਇੰਟ ਹੈ ਕਿ ਪ੍ਰੋਸੀਜਰਲ ਅਪਰੋਚ ਹੈ ਜਿਹੜੀ ਇਹ ਕੀ ਕਰਦੀ ਹੈ ਕਿ ਜੋ ਵੀ ਆਪਾਂ ਪ੍ਰੋਬਲਮ ਆਪਣੇ ਕੋਲ ਆ ਰਹੀ ਹੈ, ਜੋ ਵੀ ਆਪਾਂ ਨੂੰ ਪ੍ਰੋਗਰਾਮ ਗਿਵਨ ਹੈ, ਉਹਦਾ ਜਿਹੜਾ ਉਹਨੂੰ ਕਿਵੇਂ ਵਿਊ ਕਰਦੀ ਹੈ ਕਿ ਸੀਕੁਐਂਸ ਆਫ ਥਿੰਗਸ ਟੂ ਬੀ ਡਨ। ਜਿਵੇਂ ਕੁਛ ਵੀ ਕੰਮ ਕਰਨਾ, ਠੀਕ ਹੈ, ਜਿਵੇਂ ਰੀਡਿੰਗ ਹੈ, ਕੈਲਕੂਲੇਟਿੰਗ ਹੈ ਜਾਂ ਪ੍ਰਿੰਟਿੰਗ ਹੈ, ਸੀਕੁਐਂਸ ਆਫ ਥਿੰਗਸ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸੈੱਟ ਆਫ ਇੰਸਟਰਕਸ਼ਨਸ। ਹੁਣ ਸੈੱਟ ਆਫ ਇੰਸਟਰਕਸ਼ਨਸ ਦੇ ਗਰੁੱਪ ਨੂੰ ਆਪਾਂ ਕੀ ਬੋਲਦੇ ਹਾਂ, ਇੱਕ ਐਲਗੋਰਿਦਮ। ਹੁਣ ਐਲਗੋਰਿਦਮ ਕੀ ਹੁੰਦਾ ਹੈ ਕਿ ਜਿਹਦੇ ਵਿੱਚ ਆਪਾਂ ਸੀਕੁਐਂਸ ਬਾਏ ਸੀਕੁਐਂਸ ਆਪਾਂ ਸਟੈਪਸ ਲਿਖਦੇ ਹਾਂ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਦੇ, ਇੱਕ ਸਿਸਟਮੈਟਿਕ ਮੈਨਰ ਦੇ ਵਿੱਚ, ਇੱਕ ਸੀਕੁਐਂਸ ਦੇ ਵਿੱਚ, ਠੀਕ ਹੈ। ਫਿਰ ਉਹ ਐਲਗੋਰਿਦਮ ਨੂੰ ਜਦੋਂ ਆਪਾਂ ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਕਰਕੇ ਆਪਾਂ ਉਹਨੂੰ ਪ੍ਰੋਗਰਾਮ 'ਚ ਕਨਵਰਟ ਕਰਦੇ ਹਾਂ, ਅਤੇ ਉਹ ਕੀ ਆਪਣੇ ਕੋਲ ਬਣ ਜਾਂਦਾ ਹੈ ਫੰਕਸ਼ਨ, ਜਾਂ ਉਹਨੂੰ ਆਪਾਂ ਬੋਲ ਸਕਦੇ ਹਾਂ ਪ੍ਰੋਸੀਜਰ, ਠੀਕ ਹੈ। ਪ੍ਰੋਸੀਜਰ ਕੀ ਹੈ, ਸੈੱਟ ਆਫ ਇੰਸਟਰਕਸ਼ਨਸ। ਅਤੇ ਪ੍ਰੋਸੀਜਰਲ ਓਰੀਐਂਟਡ ਅਪਰੋਚ ਜਿਵੇਂ ਨਾਮ ਤੋਂ ਹੀ ਕਲੀਅਰ ਹੈ, ਮੇਨਲੀ ਜਿਹੜਾ ਇਹਦਾ ਫੋਕਸ ਹੈ ਉਹ ਕਿਹਦੇ ਉੱਪਰ ਹੈ, ਪ੍ਰੋਸੀਜਰਸ ਦੇ ਉੱਪਰ, ਫੰਕਸ਼ਨਸ ਦੇ ਉੱਪਰ। ਕਲੀਅਰ। ਫੰਕਸ਼ਨਸ ਨੂੰ ਕ੍ਰੀਏਟ ਕਰਨਾ, ਕੋਈ ਵੀ ਆਪਣੇ ਕੋਲ ਪ੍ਰੋਬਲਮ ਆ ਰਹੀ ਹੈ, ਕੋਈ ਵੀ ਆਪਣੇ ਕੋਲ ਪ੍ਰੋਗਰਾਮ ਹੈ, ਆਪਾਂ ਉਹਨੂੰ ਨੰਬਰ ਆਫ ਫੰਕਸ਼ਨਸ ਦੇ ਵਿੱਚ ਡੀਕੰਪੋਜ਼ ਕਰ ਦੇਣਾ, ਠੀਕ ਹੈ। ਆਪਣੇ ਕੋਲ ਇੱਕ ਟੌਪ ਪ੍ਰੋਬਲਮ ਹੈ, ਇੱਕ ਮੇਨ ਪ੍ਰੋਬਲਮ ਹੈ, ਆਪਾਂ ਉਹਨੂੰ ਡੀਕੰਪੋਜ਼ ਕਰਦਾ ਫਰਦਰ ਆਪਾਂ ਉਹਨੂੰ ਡੀਕੰਪੋਜ਼ ਕਰਤਾ ਸਮੋਲ ਪਾਰਟਸ ਦੇ ਵਿੱਚ। ਤਾਂ ਸਮੋਲ ਪਾਰਟਸ ਕੀ ਨੇ, ਅਲੱਗ-ਅਲੱਗ ਫੰਕਸ਼ਨਸ ਨੇ, ਠੀਕ ਹੈ ਜੀ। ਤਾਂ ਫੰਕਸ਼ਨਸ ਨੇ ਜਿਹੜੇ ਉਹ ਆਪਸ 'ਚ ਕਮਿਊਨੀਕੇਟ ਵੀ ਕਰ ਸਕਦੇ ਆ, ਠੀਕ ਹੈ। ਕਮਿਊਨੀਕੇਟ ਕਿਵੇਂ ਕਰਨਗੇ, ਬਾਈ ਪਾਸਿੰਗ ਸਮ ਡਾਟਾ, ਸਮ ਵੇਰੀਏਬਲਸ ਫਰੋਮ ਵਨ ਟੂ ਅਨਦਰ ਫੰਕਸ਼ਨਸ। ਕਲੀਅਰ। ਇੱਕ ਫੰਕਸ਼ਨ ਦੂਸਰੇ ਫੰਕਸ਼ਨ ਨੂੰ ਵੀ ਕਾਲ ਕਰੇਗਾ। ਕਲੀਅਰ ਹੈ। ਹੁਣ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਦਾ ਪੁਆਇੰਟ ਹੈ ਕਿ ਜਿਹੜਾ ਪ੍ਰਾਇਮਰੀ ਫੋਕਸ ਹੈ ਉਹਦੇ ਕਿਹਦੇ ਉੱਪਰ ਹੈ, ਫੰਕਸ਼ਨਸ ਦੇ ਉੱਪਰ, ਠੀਕ ਹੈ। ਹੁਣ ਇੱਕ ਡਾਇਗਰਾਮ ਦੇ ਵਿੱਚ ਤੁਹਾਨੂੰ ਥੋੜ੍ਹਾ ਦਿਖਾਇਆ ਗਿਆ ਕਿ ਮੇਨ ਆਪਣੇ ਕੋਲ ਪ੍ਰੋਗਰਾਮ ਹੈ, ਇੱਕ ਪ੍ਰੋਬਲਮ ਹੈ ਆਪਣੇ ਕੋਲ ਮੇਨ, ਤਾਂ ਆਪਾਂ ਉਹਨੂੰ ਫਰਦਰ ਡੀਕੰਪੋਜ਼ ਕਰਤਾ 6 ਫੰਕਸ਼ਨਸ ਦੇ ਵਿੱਚ। ਕਲੀਅਰ। ਹਰ ਇੱਕ ਫੰਕਸ਼ਨ ਜਿਹੜਾ ਆਪਣਾ ਕੰਮ ਕਰੇਗਾ, ਫਿਰ ਆਪਾਂ ਉਹਦੀ ਜਿਹੜੀ ਆਊਟਪੁੱਟ ਆ ਆਪਾਂ ਉਹਨੂੰ ਯੂਜ਼ ਕਰਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਪ੍ਰੋਸੀਜਰਲ ਅਪਰੋਚ ਹੈ ਇਹ ਯੂਜ਼ ਕਰਦੀ ਟੌਪ ਡਾਊਨ ਅਪਰੋਚ। ਟੌਪ ਡਾਊਨ ਅਪਰੋਚ ਦਾ ਕੀ ਮਤਲਬ ਹੈ ਕਿ ਤੁਹਾਡੇ ਕੋਲ ਜਿਵੇਂ ਟੌਪ ਦੇ ਉੱਪਰ ਇੱਕ ਮੇਨ ਪ੍ਰੋਬਲਮ ਹੈ, ਆਪਾਂ ਇਹਨੂੰ ਕੀ ਕੀਤਾ, ਡੀਕੰਪੋਜ਼ ਕਰਤਾ ਫੰਕਸ਼ਨਸ ਦੇ ਵਿੱਚ। ਹੁਣ ਇਹ ਫੰਕਸ਼ਨਸ ਆ ਜਿਹੜੇ ਐਰੋ ਤੁਸੀਂ ਦੇਖ ਸਕਦੇ ਹੋ, ਫੰਕਸ਼ਨਸ ਕੀ ਕਰ ਰਿਹਾ, ਆਪਸ 'ਚ ਕਮਿਊਨੀਕੇਟ ਕਰ ਰਿਹਾ, ਡਾਟਾ ਪਾਸ ਕਰ ਰਿਹਾ, ਜਿਹਦੇ ਨਾਲ ਆਪਣੇ ਕੋਲ ਲਾਸਟ ਜਿਹੜੀ ਫਾਈਨਲ ਜੋ ਵੀ ਆਊਟਪੁੱਟ ਹੈ ਆਪਣੇ ਕੋਲ ਉਹ ਆਏਗੀ। ਕਲੀਅਰ। ਜਿਹੜਾ ਪੁਆਇੰਟ ਹੈ ਕਿ ਪ੍ਰੋਸੀਜਰਲ ਜਿਹੜੀ ਅਪਰੋਚ ਹੈ, ਠੀਕ ਹੈ ਜੀ, ਇਹ ਕੀ ਯੂਜ਼ ਕਰ ਰਹੀ ਹੈ, ਬੇਸਿਕਲੀ ਕੰਸਿਸਟ ਆਫ ਰਾਈਟਿੰਗ ਆਫ ਲਿਸਟ ਆਫ ਇੰਸਟਰਕਸ਼ਨਸ, ਠੀਕ ਹੈ। ਜਿਹੜੀ ਆਪਾਂ ਗੱਲ ਪਹਿਲਾਂ ਕਰ ਚੁੱਕੇ ਹਾਂ, ਲਿਸਟ ਆਫ ਇੰਸਟਰਕਸ਼ਨਸ ਕੀ ਨੇ, ਪ੍ਰੋਸੀਜਰਸ, ਠੀਕ ਹੈ। ਅਤੇ ਉਹਨਾਂ ਨੂੰ ਕਾਹਦੇ ਵਿੱਚ ਔਰਗਨਾਈਜ਼ ਕਰਨਾ, ਗਰੁੱਪਸ ਦੇ ਵਿੱਚ, ਅਤੇ ਉਹ ਗਰੁੱਪਸ ਨੂੰ ਆਪਾਂ ਕੀ ਬੋਲਦੇ ਹਾਂ, ਫੰਕਸ਼ਨਸ। ਹਾਂਜੀ, ਕਲੀਅਰ ਹੈ ਨਾ। ਆਪਣਾ ਜਿਹੜਾ ਨੈਕਸਟ ਪੁਆਇੰਟ ਹੈ ਕਿ ਮਲਟੀ ਫੰਕਸ਼ਨ ਪ੍ਰੋਗਰਾਮ ਜਿਹੜਾ ਹੁੰਦਾ ਹੈ, ਮਲਟੀ ਫੰਕਸ਼ਨ ਮਤਲਬ ਜਿਹਦੇ ਵਿੱਚ ਇੱਕ ਤੋਂ ਜ਼ਿਆਦਾ ਫੰਕਸ਼ਨਸ ਆਪਾਂ ਬਣਾ ਰਹੇ ਹਾਂ। ਜਿਵੇਂ ਆਪਣਾ ਇੱਕ ਮੇਨ ਫੰਕਸ਼ਨ ਹੁੰਦਾ, ਠੀਕ ਹੈ, ਉਸ ਤੋਂ ਇਲਾਵਾ ਵੀ ਅਗਰ ਆਪਾਂ ਕੁਛ ਫੰਕਸ਼ਨਸ ਕ੍ਰੀਏਟ ਕੀਤੇ ਹੋਏ ਆ ਨੰਬਰ ਆਫ ਟਾਸਕ ਨੂੰ ਪਰਫੋਰਮ ਕਰਨ ਲਈ, ਠੀਕ ਹੈ ਜੀ। ਇਹ ਇੰਪੋਰਟੈਂਟ ਪੁਆਇੰਟ ਹੈਗਾ, ਅਤੇ ਇਹਨੂੰ ਧਿਆਨ ਨਾਲ ਸੁਣਿਓ ਕਿ
ਮਲਟੀ ਫੰਕਸ਼ਨ ਪ੍ਰੋਗਰਾਮ ਵਿੱਚ ਜਿਹੜੇ ਮੈਨੀ ਇੰਪੋਰਟੈਂਟ ਡਾਟਾ ਆਈਟਮਸ ਨੇ, ਮਤਲਬ ਜੋ ਤੁਹਾਡੇ ਕੋਲ ਡਾਟਾ ਹੈ, ਵੇਰੀਏਬਲਸ ਨੇ, ਉਹਨੂੰ ਆਪਾਂ ਇੱਕ ਐਜ਼ ਅ ਗਲੋਬਲ ਵੇਰੀਏਬਲਸ ਆਪਾਂ ਡਿਕਲੇਅਰ ਕਰ ਲੈਂਦੇ ਹਾਂ, ਡਿਫਾਈਨ ਕਰ ਲੈਂਦੇ ਹਾਂ। ਕਲੀਅਰ। ਗਲੋਬਲ ਵੇਰੀਏਬਲਸ ਕਿਹੜੇ ਹੁੰਦੇ ਆ ਕਿ ਜਿਹਨੂੰ ਆਪਾਂ ਐਟ ਦੀ ਟੌਪ ਆਪਾਂ ਡਿਫਾਈਨ ਕਰ ਦਿੰਦੇ ਹਾਂ, ਠੀਕ ਹੈ, ਪੂਰੇ ਪ੍ਰੋਗਰਾਮ ਦੇ ਟੌਪ ਦੇ ਉੱਪਰ ਹੈਡਰ ਫਾਈਲਸ ਤੋਂ ਬਾਅਦ। ਆਪਾਂ ਇਹਦੀ ਇੱਕ ਪ੍ਰੋਗਰਾਮ ਐਗਜ਼ਾਮਪਲ ਵੀ ਦੇਖਾਂਗੇ। ਹੁਣ ਗਲੋਬਲ ਵੇਰੀਏਬਲਸ ਕੀ ਹੁੰਦੇ ਆ, ਕਿਸੇ ਵੀ ਫੰਕਸ਼ਨਸ ਦੇ ਅੰਦਰ ਨਹੀਂ ਆਪਾਂ ਡਿਫਾਈਨ ਕਰਦੇ, ਕਿਸੇ ਬਲੌਕ ਦੇ ਅੰਦਰ ਨਹੀਂ ਆਪਾਂ ਡਿਫਾਈਨ ਕਰਦੇ, ਆਪਾਂ ਉਹਨਾਂ ਨੂੰ ਟੌਪ ਦੇ ਉੱਪਰ ਡਿਫਾਈਨ ਕਰ ਦਿੰਦੇ ਹਾਂ, ਆਊਟ ਆਫ ਆਲ ਫੰਕਸ਼ਨਸ ਆਲ ਬਲੌਕਸ, ਠੀਕ ਹੈ। ਹੁਣ ਇਹਦੇ ਨਾਲ ਕੀ ਹੁੰਦਾ ਕਿ ਕਈ ਵਾਰੀ ਆਪਣੇ ਕੋਲ ਇਸ ਤਰ੍ਹਾਂ ਦਾ ਡਾਟਾ ਆ ਜਾਂਦਾ ਕਿ ਆਪਾਂ ਚਾਹੁੰਦੇ ਹਾਂ ਕਿ ਨੰਬਰ ਆਫ ਫੰਕਸ਼ਨਸ ਉਹਨੂੰ ਅਸੈਸ ਕਰ ਸਕਣ, ਠੀਕ ਹੈ। ਕਿਉਂਕਿ ਅਗਰ ਆਪਾਂ ਕਿਸੇ ਇੱਕ ਫੰਕਸ਼ਨ ਦੇ ਅੰਦਰ ਆਪਾਂ ਕੋਈ ਵੇਰੀਏਬਲ ਕ੍ਰੀਏਟ ਕਰ ਦਿੰਦੇ ਹਾਂ ਤਾਂ ਉਹ ਉਸ ਫੰਕਸ਼ਨ ਦਾ ਲੋਕਲ ਵੇਰੀਏਬਲ ਬਣ ਜਾਂਦਾ ਹੈ, ਤਾਂ ਉਹ ਸਿਰਫ ਯੂਜ਼ ਉਸੇ ਫੰਕਸ਼ਨ ਦੇ ਅੰਦਰ ਹੀ ਹੋ ਸਕਦਾ ਹੈ। ਕਲੀਅਰ। ਪਰ ਕਈ ਵਾਰੀ ਆਪਾਂ ਚਾਹੁੰਦੇ ਹਾਂ ਕਿ ਕੁਛ ਆਪਣੇ ਕੋਲ ਡਾਟਾ ਹੈ, ਕੁਛ ਵੇਰੀਏਬਲਸ ਨੇ ਜਿਨ੍ਹਾਂ ਨੂੰ ਆਲ ਫੰਕਸ਼ਨਸ ਜਿਹੜੇ ਆ ਯੂਜ਼ ਕਰ ਸਕਣ, ਤਾਂ ਫਿਰ ਆਪਾਂ ਕੀ ਕਰਦੇ, ਉਹਨੂੰ ਇੱਕ ਗਲੋਬਲ ਵੇਰੀਏਬਲ ਬਣਾ ਦਿੰਦੇ ਹਾਂ, ਠੀਕ ਹੈ ਜੀ। ਹੁਣ ਜਿਹੜਾ ਗਲੋਬਲ ਵੇਰੀਏਬਲ ਆਪਾਂ ਬਣਾਤਾ, ਜੋ ਵੀ ਆਪਣੇ ਕੋਲ ਗਲੋਬਲ ਡਾਟਾ ਆ ਗਿਆ, ਹੁਣ ਆਪਣੇ ਪ੍ਰੋਗਰਾਮ ਵਿੱਚ ਅਗਰ ਆਪਣੇ ਕੋਲ 6 ਫੰਕਸ਼ਨਸ ਬਣੇ ਨੇ, ਜਿਵੇਂ ਆਪਾਂ ਉੱਪਰ ਡਾਇਗਰਾਮ 'ਚ ਦੇਖਿਆ ਸੀ, ਉਹ 6 ਦੇ 6 ਫੰਕਸ਼ਨ ਜਿਹੜੇ ਆ ਗਲੋਬਲ ਡਾਟਾ ਨੂੰ ਐਕਸੈਸ ਕਰ ਸਕਦੇ ਆ। ਕਲੀਅਰ। ਪਰ ਸਪੋਜ਼ ਅਗਰ ਆਪਾਂ ਚਾਹੁੰਦੇ ਹਾਂ ਕਿ ਉਹਨਾਂ 'ਚੋਂ ਸਿਰਫ 4 ਫੰਕਸ਼ਨ ਹੀ ਐਕਸੈਸ ਕਰਨ ਗਲੋਬਲ ਡਾਟਾ ਨੂੰ, ਬਾਕੀ ਦੇ 2 ਨਾ ਯੂਜ਼ ਕਰ ਸਕਣ, ਠੀਕ ਹੈ, ਅਤੇ ਇਹ ਵਾਲੀ ਫੀਚਰ ਜਾਂ ਇੱਦਾਂ ਦਾ ਮੈਕੈਨਿਜ਼ਮ ਜਿਹੜਾ ਸੀ 'ਚ ਆਪਾਂ ਨੂੰ ਨਹੀਂ ਮਿਲਦਾ, ਠੀਕ ਹੈ। ਇੱਥੇ ਫਿਰ ਥੋੜ੍ਹਾ ਡਾਟਾ ਦਾ ਸਿਕਿਉਰਿਟੀ ਦਾ ਇਸ਼ੂ ਹੁੰਦਾ, ਠੀਕ ਹੈ, ਕਿ ਆਪਾਂ ਸਿਰਫ 4 ਫੰਕਸ਼ਨ ਚਾਹੁੰਦੇ ਸੀ, ਪਰ ਜਿੰਨੇ ਵੀ ਫੰਕਸ਼ਨ ਡਿਫਾਈਨ ਆ ਪੂਰੇ ਪ੍ਰੋਗਰਾਮ ਵਿੱਚ, ਉਹ ਸਾਰੇ ਦੇ ਸਾਰੇ ਗਲੋਬਲ ਡਾਟਾ ਨੂੰ ਐਕਸੈਸ ਕਰ ਸਕਦੇ ਆ, ਠੀਕ ਹੈ। ਇੱਦਾਂ ਦਾ ਕੋਈ ਮੈਕੈਨਿਜ਼ਮ ਹੈ ਨਹੀਂ ਆ ਕਿ ਜਿਹਦੇ ਨਾਲ ਆਪਾਂ ਰਿਸਟ੍ਰਿਕਸ਼ਨ ਲਗਾ ਸਕੀਏ। ਕਲੀਅਰ। ਹੁਣ ਇਹ ਵਾਲੀ ਜਿਹੜੀ ਰਿਸਟ੍ਰਿਕਸ਼ਨ ਹੈ, ਇਹ ਫਰਦਰ ਜਿਹੜੀ ਆਪਣੇ ਕੋਲ ਆਬਜੈਕਟ ਓਰੀਐਂਟਡ ਅਪਰੋਚ ਆ ਉਹਦੇ ਵਿੱਚ ਹੈ ਰਿਮੂਵ ਹੋਈ ਹੈ, ਉਹਦੇ ਵਿੱਚ ਇਹਨੂੰ ਓਵਰਕਮ ਕੀਤਾ ਗਿਆ। ਕਿਵੇਂ ਓਵਰਕਮ ਹੋਇਆ? ਬਾਈ ਯੂਜ਼ਿੰਗ ਦਾ ਕੰਸੈਪਟ ਆਫ ਕਲਾਸ, ਠੀਕ ਹੈ। ਉਹ ਆਪਾਂ ਬਾਅਦ ਵਿੱਚ ਦੇਖਣਾ ਹੈ ਕਲਾਸ ਕੀ ਹੈ। ਹੁਣ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਡਾਇਗਰਾਮ ਬਣੀ ਹੋਈ ਹੈ, ਇਹਦੇ ਵਿੱਚ ਗਲੋਬਲ ਡਾਟਾ ਦਿਖਾਇਆ ਗਿਆ, ਠੀਕ ਹੈ ਜੀ। ਅਤੇ ਇਹ ਫੰਕਸ਼ਨਸ ਬਣੇ ਹੋਏ ਨੇ, ਫੰਕਸ਼ਨ 1, ਫੰਕਸ਼ਨ 2, ਫੰਕਸ਼ਨ 3। ਹੁਣ ਹਰ ਇੱਕ ਫੰਕਸ਼ਨ ਦਾ ਆਪਣਾ ਲੋਕਲ ਡਾਟਾ ਵੀ ਹੈ। ਲੋਕਲ ਡਾਟਾ ਕਿਹੜਾ? ਜੋ ਆਪਾਂ ਫੰਕਸ਼ਨ ਦੇ ਅੰਦਰ ਡਿਫਾਈਨ ਕੀਤਾ ਹੋਇਆ, ਜੋ ਵੇਰੀਏਬਲਸ ਆਪਾਂ ਫੰਕਸ਼ਨ ਦੇ ਅੰਦਰ ਡਿਫਾਈਨ ਕੀਤੇ ਹੋਏ ਆ, ਠੀਕ ਹੈ। ਅਤੇ ਗਲੋਬਲ ਡਾਟਾ ਜੋ ਵੀ ਆਪਾਂ ਡਿਕਲੇਅਰ ਕੀਤਾ ਸੀਗਾ, ਇਹ ਸਾਰੇ ਫੰਕਸ਼ਨਸ ਜਿਹੜੇ ਆ ਉਹਨੂੰ ਯੂਜ਼ ਕਰ ਰਹੇ ਆ। ਉਸ ਤੋਂ ਬਾਅਦ ਹੈ ਕੁਛ ਨੈਕਸਟ ਪੁਆਇੰਟਸ ਨੇ ਇੰਪੋਰਟੈਂਟ, ਕਿ ਕੰਸੈਪਟ ਆਫ ਪ੍ਰੋਸੀਜਰਲ ਓਰੀਐਂਟਡ ਪ੍ਰੋਗਰਾਮਿੰਗ ਹੈ ਜਿਹੜਾ, ਇਹ ਡਰਾਈਵਡ ਕਿੱਥੋਂ ਆਇਆ? ਫਰੋਮ ਸਟਰਕਚਰਡ ਪ੍ਰੋਗਰਾਮਿੰਗ। ਹੁਣ ਸਟਰਕਚਰਡ ਪ੍ਰੋਗਰਾਮਿੰਗ ਦਾ ਕੰਸੈਪਟ ਵੀ ਕੀ ਕਹਿੰਦਾ ਹੈ? ਕਾਲਿੰਗ ਪ੍ਰੋਸੀਜਰਸ, ਕ੍ਰੀਏਟਿੰਗ ਪ੍ਰੋਸੀਜਰਸ। ਤੁਹਾਡੇ ਕੋਲ ਕੋਈ ਪ੍ਰੋਬਲਮ ਹੈ, ਉਹਨੂੰ ਪ੍ਰੋਸੀਜਰਸ ਦੇ ਵਿੱਚ ਡੀਕੰਪੋਜ਼ ਕਰ ਦਿਓ, ਫੰਕਸ਼ਨਸ ਦੇ ਵਿੱਚ ਡੀਕੰਪੋਜ਼ ਕਰੋ, ਠੀਕ ਹੈ ਜੀ। ਪ੍ਰੋਸੀਜਰਸ ਨੂੰ ਪ੍ਰੋਸੀਜਰ ਨੂੰ ਆਪਾਂ ਰੂਟੀਨਸ, ਸਬ ਰੂਟੀਨਸ ਜਾਂ ਫੰਕਸ਼ਨਸ ਵੀ ਬੋਲਦੇ ਹਾਂ। ਕਲੀਅਰ। ਨੈਕਸਟ ਹੁਣ ਇਸ ਪੁਆਇੰਟ 'ਚ ਕੀ ਦੱਸਿਆ ਕਿ ਪ੍ਰੋਸੀਜਰ ਕੀ ਕਰਦਾ? ਸਿੰਪਲੀ ਕੰਸਿਸਟ ਅ ਸੀਰੀਜ਼ ਆਫ ਕੰਪੂਟੇਸ਼ਨਲ ਸਟੈਪਸ। ਮਤਲਬ ਇੰਸਟਰਕਸ਼ਨਸ ਨੇ ਜਿਹੜੀਆਂ, ਇੰਸਟਰਕਸ਼ਨ ਕਿਵੇਂ ਦੀਆਂ ਹੋ ਸਕਦੀਆਂ? ਕਿਸੇ ਦੂਸਰੇ ਫੰਕਸ਼ਨ ਨੂੰ ਕਾਲ ਕਰਨੀ ਹੈ, ਕੁਛ ਕੈਲਕੂਲੇਸ਼ਨਸ ਕਰਨੀਆਂ ਨੇ, ਕੁਛ ਪ੍ਰਿੰਟ ਕਰਨਾ ਹੈ, ਕੁਛ ਸਕੈਨ ਕਰਨਾ ਹੈ, ਜੋ ਵੀ ਆਪਾਂ ਸਟੇਟਮੈਂਟਸ ਲਿਖਦੇ ਹਾਂ ਉਹ ਕੀ ਨੇ? ਇੰਸਟਰਕਸ਼ਨਸ ਨੇ। ਉਸ ਤੋਂ ਬਾਅਦ ਐਨੀ ਪ੍ਰੋਸੀਜਰ ਹੈ ਜਿਹੜਾ ਮਾਈਟ ਬੀ ਕਾਲਡ ਐਟ ਐਨੀ ਪੁਆਇੰਟ, ਕਿਸੇ ਵੀ ਫੰਕਸ਼ਨ ਨੂੰ ਆਪਾਂ ਕਾਲ ਕਰ ਸਕਦੇ ਹਾਂ, ਠੀਕ ਹੈ ਜੀ। ਇਨਕਲੂਡਿੰਗ ਬਾਈ ਅਦਰ ਪ੍ਰੋਸੀਜਰ, ਇੱਕ ਫੰਕਸ਼ਨ ਜਿਹੜਾ ਉਹ ਦੂਸਰੇ ਫੰਕਸ਼ਨ ਨੂੰ ਵੀ ਕਾਲ ਕਰ ਸਕਦਾ, ਅਤੇ ਫੰਕਸ਼ਨ ਜਿਹੜਾ ਖੁਦ ਨੂੰ ਵੀ ਕਾਲ ਕਰ ਸਕਦਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਇਹ ਕੁਛ ਐਗਜ਼ਾਮਪਲਸ ਨੇ ਪ੍ਰੋਸੀਜਰਲ ਅਪਰੋਚ ਦੇ ਬੇਸ 'ਤੇ, ਫੋਰਟਨ, ਐਲਗੋਲ, ਕਬੋਲ, ਬੇਸਿਕ, ਪਾਸਕਲ, ਠੀਕ ਹੈ, ਅਤੇ ਇਹ ਸੀ ਜੋ ਤੁਸੀਂ ਪੜ੍ਹ ਚੁੱਕੇ ਹੋ ਪਹਿਲਾਂ। ਉਸ ਤੋਂ ਬਾਅਦ ਇਹ ਕੁਛ ਇਹਦੀਆਂ ਕਰੈਕਟਰਿਸਟਿਕਸ ਨੇ ਪ੍ਰੋਸੀਜਰਲ ਅਪਰੋਚ ਦੀਆਂ। ਹੁਣ ਮੇਨਲੀ ਜਿਹੜਾ ਐਂਫਸਿਸ ਹੈਗਾ ਕਿਹਦੇ ਉੱਪਰ ਹੈ? ਡੂਇੰਗ ਥਿੰਗਸ, ਮਤਲਬ ਐਲਗੋਰਿਦਮਸ ਦੇ ਉੱਪਰ। ਐਲਗੋਰਿਦਮਸ ਮਤਲਬ ਜੋ ਤੁਹਾਡੇ ਕੋਲ ਪ੍ਰੋਸੀਜਰ ਹੈ, ਫੰਕਸ਼ਨ ਹੈ, ਠੀਕ ਹੈ। ਅਤੇ ਲਾਰਜ ਪ੍ਰੋਗਰਾਮਸ ਨੇ ਜਿਹੜੇ ਉਹ ਡੀਕੰਪੋਜ਼ ਜਾਂ ਡਿਵਾਈਡਡ ਕੀਤੇ ਜਾਂਦੇ ਆ ਸਮੋਲਰ ਪ੍ਰੋਗਰਾਮਸ, ਜਿਨ੍ਹਾਂ ਨੂੰ ਆਪਾਂ ਕੀ ਬੋਲਦੇ ਹਾਂ? ਫੰਕਸ਼ਨਸ,
ठीक है जी। मोस्ट ऑफ द फंक्शनस ਜਿਹੜੇ शेयर ग्लोबल डाटा, क्लीयर, ग्लोबल डाटा ਨੂੰ शेयर कर सकते हैं। मतलब नैक्सट पॉइंट क्या आ रहा है अपने को कि जो डाटा है वो मूव ओपनली अराउंड द सिस्टम फ्रॉम वन फंक्शन टू अनदर ਜਾਂ फंक्शन टू फंक्शन। ठीक है, ओपनली का मतलब की है कि हर कोई फंक्शन है जोड़ा वो ग्लोबल डाटा ਨੂੰ एक्सैस कर सकता है। ठीक है जी। नैक्सट पॉइंट है अपने को फंक्शनस ट्रांसफॉर्म डाटा फ्रॉम वन फॉर्म टू अनदर, वन फॉर्म टू अनदर। क्लीयर है जी। उस तो बाद नैक्सट की एम्प्लॉयज़ टॉप डाउन अप्रोच, ये आप पॉइंट क्लीयर कर चुके हैं। हुण एक एग्जाम्पल है, प्रोग्राम एग्जाम्पल है जिहदे विच की है कि अपने को मैं इहदे विच दिखाया कि फस्ट हैडर फाइल्स आ गई अपने को, दैन ग्लोबल डाटा। हुण तुसीं ये देख सकते हो कि एक्स जिहड़ा है वो ना तो इस मेन फंक्शन के अंदर है किते भी आपां डिफाइन किया, ना ही ये ऐड फंक्शन के अंदर है। ठीक है, सो एक्स की आपां आउट ऑफ बहुत फंक्शनस आपां डिफाइन किया होया है, तो यह की अपने को ग्लोबल वेरीएबल या ग्लोबल डाटा। उस तो बाद है फंक्शन प्रोटोटाइप स्टेटमेंट है, वाइड एड सैमीकोलन। उस तो बाद नैक्सट मेन फंक्शन आप शुरू किया। हुण इहदे विच पी फंक्शन वेरीएबल आप एक डिफाइन किया होया। ठीक है जी, यह किहड़ा लोकल वेरीएबल ऑफ मेन। हुण एक्स इक्वल टू 25 इत्थे करता है कि मेन फंक्शन जिहड़ा वो ग्लोबल डाटा ਨੂੰ एक्सैस कर रहा है, वो वैल्यू अपडेट कर रहा है। उस तो बाद प्रिंट कर ली वैल्यू, ऐड फंक्शन ਨੂੰ कॉल की। हुण ऐड फंक्शन ਨੂੰ कॉल की जदों कंट्रोल इत्थे ट्रांसफर हो गया फंक्शन डेफिनेशन ते। हुण इहदे विच आपां की कीता होया, जैड एक वेरीएबल है जिहड़ा कि लोकल वेरीएबल, दैन एक्स इक्वल टू 30, इत्थे भी जिहड़ा एक्स की वैल्यू अपडेट की जा रही है। दैन की कीता गया एडिशन जिहड़ी वो कर दी गई है जैड प्लस एक्स। क्लीयर। हुण इत्थों तुहानूं थोड़ा आइडिया हो गया कि ग्लोबल डाटा की है, फंक्शनस किद्दां क्रिएट होए है। ठीक है जी। नैक्सट ऐसे प्रोग्राम ਨੂੰ डायग्रामैटिकली आप शो किया जिहदे विच ग्लोबल डाटा एक्स इक्वल टू 10 फंक्शन मेन है, लोकल डाटा वह पी सीगा, इधर फंक्शन ऐड जिहड़ा लोकल डाटा इहदा जैड है। तो दोनों फंक्शन की कर रहे हैं, ग्लोबल डाटा ਨੂੰ एक्सैस कर रहे हैं। ठीक है जी। हुण नैक्सट अपने को आ रही है ऑब्जैक्ट ओरिएंटेड अप्रोच। ठीक है, जिहड़ी C++ लैंग्वेज जो तुसी पढ़नी है वो ऑब्जैक्ट ओरिएंटेड अप्रोच के बेस है। हुण आपां इहदे विच कुछ देखांगे कि ऑब्जैक्ट ओरिएंटेड विच है की है, ऑब्जैक्ट की हुंदा है, क्लास की हुंदी है, बाकी जिन्ने भी ऑब्जैक्ट ओरिएंटेड ਜਾਂ ऊप्स के जिन्ने भी कंसैप्ट ने आप नैक्सट लैक्चर के कवर करांगे। हुण इस लैक्चर में हुण आपां थोड़ा जिहा जिहड़ा ओवरव्यू है एक ऑब्जैक्ट ओरिएंटेड दा की कंसैप्ट हैगा वो आपां देखांगे। ठीक है जी। हुण ऑब्जैक्ट ओरिएंटेड प्रोग्रामिंग जिहड़ी है वो किहदे बेस ते हैगी है, कंसैप्ट ऑफ ऑब्जैक्ट्स। ठीक है जी। हुण ऑब्जैक्ट की है विच कैन कंटेन डाटा, दो चीज़ां आउणगीआं इहदे विच, डाटा एंड कोड। ठीक है जी। ए स्टूडेंट्स मेन पॉइंट है, तुसीं याद रखना है कि ऑब्जैक्ट दे विच की हुंदा जां ऑब्जैक्ट दे अंदर आप की हुंदा एक डाटा, सैकेंड की आ रहा कोड। कोड मतलब फंक्शन। ठीक है जी। डाटा अपने को जिमें वेरीएबल्स ने, डाटा है कोई भी, ठीक है, कोई एज है, कॉन्टैक्ट है, नेम है, कुछ भी। ठीक है जी। उस तो बाद कोड, कोड कादे वास्ते यूज़ होना, कोड की है फंक्शन। हुण उस डाटा के उपर आप कुछ ऑपरेशन भी परफॉर्म करने हैं। ठीक है, उस डाटा के अंदर आप कुछ वैल्यूज़ नू इनपुट करांगे, प्रिंट करांगे, रीड करांगे। ठीक है जी, जां अपडेशन करांगे, कुछ भी उस डाटा उपर आप कोई ऑपरेशन लगाउणा तो वो लिए आपां नू फंक्शन यूज़ करना पैना, क्योंकि फंक्शन की हुंदा एक्शन परफॉर्म करना कोई भी। ठीक है जी। तो ऑब्जैक्ट के अंदर दो चीज़ां आउणगीआं, एक डाटा, एक कोड। क्लीयर है। हुण थोड़ा जिहा मैं तुहानूं ऑब्जैक्ट बारे दस दिना। ऑब्जैक्ट हुण यह जिहड़ी ऑब्जैक्ट ओरिएंटेड अप्रोच है ना, यह रीयल वर्ल्ड बेस्ड हैगी है। मतलब रीयल वर्ल्ड विच जो भी प्रॉब्लम्स होणगीआं जां उन्होंने आप प्रोग्रामिंग के थ्रू जो आप सॉल्व कर सकांगे। ठीक है जी। रीयल वर्ल्ड नाल रिलेट करती है। हाँ जी। हुण आपां थोड़ा जिहा ऑब्जैक्ट बारे गल करते हैं। ऑब्जैक्ट की है, ऑब्जैक्ट एक एंटिटी है। ठीक है जी। एंटिटी, हुण एंटिटी की हुंदी है, एंटिटी इस तरह की थिंग जिहदे बारे तुहानूं कुछ डाटा मिल रहा है, कुछ उहदे बारे तुहानूं इनफॉर्मेशन मिल रही है। ठीक है जी। तो जां वो कुछ किसी तरह का कोई एक्शन परफॉर्म कर रहा है। ठीक है जी। हुण एग्जाम्पल लई
अपने कोल बेसिक एग्जाम्पल एक परसन दी, ठीक है। परसन की है एक परसन एक ऑब्जैक्ट, ठीक है जी। हुण परसन बारे तुहानूं की इनफॉर्मेशन मिल रही है कि ਉਹਦਾ कॉन्टैक्ट नंबर, ਉਹਦਾ नेम, ਉਹਦੀ ईमेल आईडी, ਉਹਦਾ एड्रैस, ठीक है, ब्लड ग्रुप, कुछ भी इनफॉर्मेशन जो तुहानूं परसन बारे मिल रही है, ठीक है। यह की है अपने कोल डाटा उस फंक्शन का ਜਾਂ सॉरी उस ऑब्जैक्ट का की है अपने कोल डाटा है, उस एंटिटी का अपने कोल की है डाटा, जिन्हों आपां एट्रीब्यूट्स भी बोलते हैं, ठीक है। एट्रीब्यूट्स भी बोलते हैं ਜਾਂ आपां प्रॉपर्टीज़ भी बोलते हैं, क्लीयर। उस तो बाद जिहड़ा कोड है, कोड मतलब मैथड्स फंक्शन ने, ठीक है। हुण फंक्शन की अगर आप गल करिए, जिवें कोई परसन है वो वॉक कर रहा है, ईट कर रहा है, कोई भी काम कर रहा है, ठीक है, कोई किसी तरह का कोई एक्शन परफॉर्म कर रहा है, वो की है को फंक्शन, ठीक है जी। हुण इत्थे तुसीं देख सकते हो ऑब्जैक्ट बारे आपां लिखिआ कि ऑब्जैक्ट के अंदर की आ रहा है डाटा एंड कोड, ठीक है जी। यह कुछ ऑब्जैक्ट ओरिएंटेड अप्रोच के बेस ते कुछ अपने कोल प्रोग्रामिंग लैंग्वेजेस ने, जिवें C++ है, C#, है, जावा, कोटलिन, पाइथन, यह कुछ प्रोग्रामिंग लैंग्वेजेस ने जिहड़ियां ऑब्जैक्ट ओरिएंटेड बेस्ड ने, जो ऑब्जैक्ट ओरिएंटेड अप्रोच नूं फॉलो करदियां ने, ठीक है जी। हुण अपने कोल नैक्सट पॉइंट जिहड़ा ऑब्जैक्ट बारे है कुछ आपां लिखिआ कि ऑब्जैक्ट्स की है इंस्टांसिस ऑफ अ क्लास दे वेरीएबल्स ने, ठीक है जी। हुण क्लास की है, क्लास क्रिएट किद्दां करनी है, क्लास का की कंसैप्ट हैगा, ठीक है, वो आपां हुण थोड़ा देखांगे। स्टूडेंट्स ए अपने कोल क्लास का सिंटैक्स है पूरा, ठीक है जी। जिवें आपां स्ट्रक्चर क्रिएट करते सी दे विच तुसीं देखिआ सी, ਉਹਦੇ ਵਿੱਚ ਕੀ ਹੁੰਦਾ ਸੀ, सिर्फ डाटा मैंबर्स होंदे सी, ठीक है, सिर्फ अपने कोल डाटा मैंबर्स होंदे सी। जो अपने कोल कुछ इस तरह की प्रॉब्लम आ जाए, किसी परसन का डाटा आपां प्रोसैस करना है, ਜਾਂ स्टूडेंट्स का डाटा प्रोसैस करना, ਜਾਂ किसी बुक का डाटा आपां प्रोसैस करना। हुण बुक भी की एक एंटिटी है, ठीक है, जिहदे बारे आपां नूं कुछ इनफॉर्मेशन मिल रही है, बुक का टाइटल, नेम, पबलिशर, ईयर ऑफ पबलिशन, ठीक है। उस तो बाद स्टूडेंट है, स्टूडेंट का डाटा अपने कोल जिवें नेम, स्टूडेंट का क्लास, रोल नंबर, ठीक है। हुण इस तरह दी प्रॉब्लम्स नूं आपां सॉल्व करते हैं। अगर अपने कोल प्रोसीजरल अप्रोच है, सी है, तो स्ट्रक्चर जां यूनियन आपां यूज़ कर लैंदे, क्लीयर। पर उहदे विच भी सिक्योरिटी इशू रहिंदा है। ते दूजी गल, स्ट्रक्चर दे विच अपने कोल सिर्फ डाटा आपां बाइंड कर सकते हैं, डाटा नूं ग्रुप कर सकते हैं, ठीक है। पर जो पर क्लास दे विच की है, ऑब्जैक्ट ओरिएंटेड कंसैप्ट के अंदर क्लास दे विच आपां डाटा नूं प्लस फंक्शनस जिहड़ा कोड है, दोनों नूं आपां कंबाइन करके एक ग्रुप च रख सकते हैं, ठीक है। जिद्दां इत्थे तुसीं देख रहे हो। हुण इत्थे अपने कोल एक 3 कीवर्ड्स ने वक्रे, जिहड़े आपां पहलां नहीं पढ़े, पब्लिक, प्रोटैक्टड ते प्राइवेट, ठीक है। पब्लिक, प्राइवेट, प्रोटैक्टड, इन्हां दा की काम है ਇਹ ਆਪਾਂ ਨੈਕਸਟ ਕਲਾਸਿਸ ਦੇ ਵਿੱਚ ਆਪਾਂ ਇਹਨਾਂ ਨੂੰ ਦੇਖਾਂਗੇ। ਫਿਲਹਾਲ ਤੁਸੀਂ ਸਿਰਫ ਇੱਕ ਕਲਾਸ ਦਾ ਜਾਂ ਇੱਕ C++ ਦੇ ਅੰਦਰ ਪ੍ਰੋਗਰਾਮ ਦਾ ਲੇਆਊਟ ਕੀ ਹੈ ਉਹ ਤੁਸੀਂ ਦੇਖੋ। ਕਲਾਸ ਇੱਥੇ ਕੀਵਰਡ ਯੂਜ਼ ਹੋਏਗਾ, ਫਿਰ ਆਪਾਂ ਕਲਾਸ ਦਾ ਨੇਮ ਦੇ ਦਾਂਗੇ। ਕਲਾਸ ਕੀ ਇੱਕ ਯੂਜ਼ਰ ਡਿਫਾਈਨਡ ਡਾਟਾ ਟਾਈਪ ਹੈ, ਜਿਵੇਂ ਸਟਰਕਚਰ ਤੇ ਯੂਨੀਅਨ ਸੀ ਦੇ ਅੰਦਰ, ਇਸੇ ਤਰ੍ਹਾਂ C++ ਦੇ ਅੰਦਰ ਆਪਣੇ ਕੋਲ ਇੱਕ ਯੂਜ਼ਰ ਡਿਫਾਈਨਡ ਡਾਟਾ ਟਾਈਪ ਹੈ ਕਲਾਸ, ਠੀਕ ਹੈ ਜੀ। ਕਲਾਸ ਦਾ ਆਪਾਂ ਨੂੰ ਨੇਮ ਦੇਣਾ ਪਏਗਾ। ਹੁਣ ਉਹ ਕੀ ਆਪਣੇ ਕੋਲ ਆ ਜਾਂਦੀ ਹੈ, टाइप आ जाती है, डाटा टाइप आ गई क्लास एक, ठीक है। फिर आप उस क्लास के ऑब्जैक्ट्स क्रिएट करांगे, इंस्टांसिस क्रिएट करांगे, ठीक है जी। मतलब आप उस क्लास के वेरीएबल्स क्रिएट कर लांगे सेम वे दे नाल जिवें आप नॉर्मली वेरीएबल क्रिएट करते हैं प्राइमरी डाटा टाइप्स दे, जिवें आप इंट, फ्लोट, डबल डाटा टाइप्स सीगियां जो आप यूज़ कीतियां है, जिवें उन्हां दे आपां वेरीएबल क्रिएट करते हैं, इदां ही आपां क्लास टाइप दे वेरीएबल क्रिएट कर सकते हैं सेम वे दे नाल, ठीक है जी। हुण देखो ਇਹ ਜਿਹੜੇ पब्लिक, प्राइवेट, प्रोटैक्टड की ने एक्सैस स्पैसीफायर ने, कीवर्ड्स ने जिन्हां नूं एक्सैस स्पैसीफायर बोलते हैं, ठीक है।
ਹੁਣ ਇਹਨਾਂ ਦੇ ਅੰਦਰ ਆਪਾਂ ਜਿਹੜੇ ਡਾਟਾ ਮੈਂਬਰਸ ਨੇ, ਵੇਰੀਏਬਲਸ ਨੇ, ਠੀਕ ਹੈ, ਐਂਡ ਫੰਕਸ਼ਨਸ ਨੇ ਜਿਹੜੇ, ਉਹ ਆਪਾਂ ਇਹਨਾਂ ਦੇ ਅੰਦਰ ਕ੍ਰੀਏਟ ਕਰਦੇ ਹਾਂ। ਠੀਕ ਹੈ, ਹੁਣ ਜ਼ਰੂਰੀ ਨਹੀਂ ਹੈ ਕਿ ਤਿੰਨੋਂ ਹੀ ਆਉਣੇ ਆ। ਠੀਕ ਹੈ, ਇਹ ਡਿਪੈਂਡ ਕਰੇਗਾ ਆਪਣੀ ਐਪਲੀਕੇਸ਼ਨ ਦੀ ਰਿਕੁਆਇਰਮੈਂਟ 'ਤੇ। ਜੋ ਆਪਾਂ ਕ੍ਰੀਏਟ ਕਰ ਰਹੇ ਹਾਂ, ਆਪਾਂ ਜੋ ਪ੍ਰੋਗਰਾਮ ਕ੍ਰੀਏਟ ਕਰ ਰਹੇ ਹਾਂ, ਡਿਜ਼ਾਈਨ ਕਰ ਰਹੇ ਹਾਂ, ਇਹ ਉਹਦੀ ਨੀਡ ਦੇ ਅਕੋਰਡਿੰਗ ਜਿਹੜਾ ਡਿਪੈਂਡ ਕਰਦਾ ਕਿ ਕਿਹੜਾ ਸਪੈਸੀਫਾਇਰ ਯੂਜ਼ ਹੋਣਾ ਹੈ। ਠੀਕ ਹੈ, 2 ਵੀ ਹੋ ਸਕਦਾ, 1 ਵੀ ਹੋ ਸਕਦਾ, ਤਿੰਨੋਂ ਵੀ ਹੋ ਸਕਦੇ ਆ, ਇਹ ਡਿਪੈਂਡ ਕਰੇਗਾ। ਠੀਕ ਹੈ ਜੀ, ਕਲਾਸ ਜਿਹੜੀ ਹੈ ਸ਼ੁਰੂ ਹੋਏਗੀ ਓਪਨਿੰਗ ਕਰਲੀ ਬ੍ਰੈਕਟ ਦੇ ਨਾਲ ਤੇ ਕਲੋਜ਼ ਹੋਏਗੀ ਕਲੋਜ਼ਿੰਗ ਕਰਲੀ ਬ੍ਰੈਕਟ ਦੇ ਨਾਲ, ਤੇ ਨਾਲ ਆਪਾਂ ਲਗਾਉਣਾ ਸੈਮੀਕੋਲਨ ਕਲਾਸ ਨੂੰ ਟਰਮੀਨੇਟ ਕਰਨ ਲਈ। ਤੇ ਨੀਚੇ ਆਪਣੇ ਕੋਲ ਜਿਹੜਾ ਹੈ ਮੇਨ ਮੈਥਡ ਆ ਜਾਏਗਾ। ਹੁਣ ਮੇਨ ਮੈਥਡ ਦੇ ਵਿੱਚ ਆਪਾਂ ਕਲਾਸ ਦਾ ਓਬਜੈਕਟਸ ਕ੍ਰੀਏਟ ਕਰਾਂਗੇ। ਠੀਕ ਹੈ, ਫਿਰ ਉਸ ਓਬਜੈਕਟ ਦੇ ਨਾਲ ਆਪਾਂ ਡਾਟਾ ਮੈਂਬਰਸ ਨੂੰ ਅਸੈਸ ਕਰਾਂਗੇ, ਕਲਾਸ ਦੇ ਫੰਕਸ਼ਨਸ ਨੂੰ ਕਾਲ ਕਰਾਂਗੇ। ਠੀਕ ਹੈ, ਜਿਵੇਂ ਤੁਸੀਂ ਦੇਖਿਆ ਨਾ ਸਟਰਕਚਰ ਦੇ ਵਿੱਚ ਆਪਾਂ ਸਟਰਕਚਰ ਦੇ ਵੇਰੀਏਬਲ ਕ੍ਰੀਏਟ ਕਰ ਲੈਂਦੇ ਸੀ, ਤੇ ਬਾਅਦ ਵਿੱਚ ਆਪਾਂ ਉਹਦੇ ਡਾਟਾ ਮੈਂਬਰਸ ਨੂੰ ਕਿਵੇਂ ਅਸੈਸ ਕਰਦੇ ਸੀ। ਜਿਵੇਂ ਸਪੋਜ਼ ਪਰਸਨ ਨਾਮ ਦੀ ਸਟਰਕਚਰ ਸੀ, ਤੇ ਆਪਾਂ ਅਗਰ ਉਹਦਾ P1 ਨਾਮ ਦਾ ਇੱਕ ਆਪਾਂ ਉਹਦਾ ਵੇਰੀਏਬਲ ਕ੍ਰੀਏਟ ਕੀਤਾ ਹੈ, ਤੇ ਅਗਰ ਆਪਾਂ ਡਾਟਾ ਮੈਂਬਰ ਨੂੰ ਅਸੈਸ ਕਰਨਾ ਤੇ P1 ਡੋਟ ਨੇਮ, P1 ਡੋਟ ਏਜ, ਇਸ ਤਰ੍ਹਾਂ ਆਪਾਂ ਅਸੈਸ ਕਰਦੇ ਸੀ। ਸੇਮ ਵੇ ਇੱਥੇ ਯੂਜ਼ ਹੋਣਾ ਹੈ ਕਲਾਸ ਦੇ ਮੈਂਬਰਸ ਨੂੰ ਅਸੈਸ ਕਰਨ ਲਈ ਡੋਟ ਆਪਰੇਟਰ ਹੀ ਯੂਜ਼ ਹੋਏਗਾ। ਬਾਕੀ ਆਪਾਂ ਹੁਣੇ ਆਪਾਂ ਪ੍ਰੋਗਰਾਮ ਦੇਖਾਂਗੇ, ਤੁਹਾਨੂੰ ਥੋੜਾ ਕਲੀਅਰ ਹੋ ਜਾਣਾ ਕਿ ਆਪਾਂ ਕਿਵੇਂ ਆਬਜੈਕਟ ਕ੍ਰੀਏਟ ਕਰਨਾ ਹੈ। ਠੀਕ ਹੈ, ਕਿਵੇਂ ਕਲਾਸ ਦੇ ਮੈਂਬਰਸ ਨੂੰ ਅਸੈਸ ਕਰਨਾ ਹੈ, ਆਪਾਂ ਹੁਣੇ ਦੇਖ ਲੈਣਾ। ਠੀਕ ਹੈ ਜੀ, ਤਾਂ ਆਪਾਂ ਪ੍ਰੋਗਰਾਮ ਦੇਖਦੇ ਹਾਂ। ਇਹ ਇੱਕ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਇੱਕ ਪਰਸਨ ਦਾ ਡਾਟਾ ਪ੍ਰੋਸੈਸ ਕੀਤਾ। ਹੁਣ ਇਹ ਆਪਾਂ ਲਿਖਿਆ ਹੋਇਆ ਸੀ ਦੇ ਅੰਦਰ ਪ੍ਰੋਸੀਜਰਲ ਅਪਰੋਚ ਨੂੰ ਯੂਜ਼ ਕਰਕੇ। ਹੁਣ ਇੱਥੇ ਆਪਾਂ ਇੱਕ ਸਟਰਕਚਰ ਕ੍ਰੀਏਟ ਕਰਤੀ ਹੈ ਜਿਹਦਾ ਨਾਮ ਆਪਾਂ ਦੇਤਾ ਪਰਸਨ। ਉਹਦੇ ਅੰਦਰ ਆਪਾਂ ਇਹ 2 ਡਾਟਾ ਮੈਂਬਰਸ ਆਪਾਂ ਰੱਖ ਲਏ ਆ ਸਟਰਕਚਰ ਦੇ ਜਿਹੜੇ ਮੈਂਬਰਸ ਨੇ, ਨੇਮ ਐਂਡ ਏਜ। ਠੀਕ ਹੈ ਜੀ, ਨੇਮ ਐਰੇ ਹੈ, ਇੰਟ ਟਾਈਪ ਦਾ ਏਜ ਵੇਰੀਏਬਲ। ਉਸ ਤੋਂ ਬਾਅਦ ਆਪਾਂ ਮੇਨ ਫੰਕਸ਼ਨ ਦੇ ਅੰਦਰ ਆਏ ਆ। ਹੁਣ ਇੱਥੇ ਆਪਾਂ ਦੇਖੋ ਇਹ ਵੇਰੀਏਬਲ ਕ੍ਰੀਏਟ ਕਰ ਲਏ P1 ਐਂਡ P2। ਹੁਣ ਦੇਖੋ P1 ਦਾ ਵੀ ਆਪਣਾ ਨੇਮ ਹੋਏਗਾ। ਠੀਕ ਹੈ ਜੀ, P1 ਦਾ ਆਪਣਾ ਨੇਮ ਹੋਏਗਾ, ਆਪਣੀ ਏਜ ਹੋਏਗੀ। ਇਸੇ ਤਰ੍ਹਾਂ P2 ਦਾ ਵੀ ਆਪਣਾ ਨੇਮ ਹੋਏਗਾ ਤੇ ਆਪਣੀ ਏਜ ਹੋਏਗੀ। ਠੀਕ ਹੈ ਜੀ, ਹੁਣ ਅਗਰ ਆਪਾਂ P1 ਦਾ ਡਾਟਾ ਐਂਟਰ ਕਰਨਾ ਹੈ ਤੇ P1 ਡੋਟ ਨੇਮ ਆਪਾਂ ਲਿਖਾਂਗੇ, P1 ਡੋਟ ਏਜ ਲਿਖਾਂਗੇ। ਠੀਕ ਹੈ, ਇਸੇ ਤਰ੍ਹਾਂ ਅਗਰ ਆਪਾਂ P2 ਦਾ ਡਾਟਾ ਐਂਟਰ ਕਰਨਾ ਤਾਂ ਉੱਥੇ ਵੀ P2 ਡੋਟ ਨੇਮ ਐਂਡ P2 ਡੋਟ ਏਜ ਆਪਾਂ ਲਿਖਾਂਗੇ। ਠੀਕ ਹੈ, ਹੁਣ ਇਹ ਤੁਸੀਂ ਦੇਖ ਸਕਦੇ ਹੋ ਇਹ ਸਟੇਟਮੈਂਟਸ ਆਪਾਂ ਜਿਹੜੀਆਂ ਲਿਖੀਆਂ ਨੇ। ਫਸਟ ਆਪਾਂ ਪ੍ਰਿੰਟ ਕਰਵਾ ਲਿਆ ਐਂਟਰ ਫਸਟ ਪਰਸਨ ਡਿਟੇਲ, ਫਿਰ ਪ੍ਰਿੰਟ ਕਰ ਰਿਹਾ ਐਂਟਰ ਨੇਮ। ਹੁਣ ਇੱਥੇ ਦੇਖੋ ਨੇਮ ਐਂਟਰ ਹੋ ਰਿਹਾ। ਹੁਣ ਇਹ ਨੇਮ ਕਿਸ ਦਾ ਐਂਟਰ ਹੋ ਰਿਹਾ ਹੈ ਉਹ ਆਪਾਂ ਨਾਲ ਦੱਸਾਂਗੇ, P1 ਡੋਟ ਨੇਮ, ਮਤਲਬ ਨੇਮ ਜਿਹੜਾ P1 ਦਾ ਐਂਟਰ ਹੋ ਰਿਹਾ। ਇਸੇ ਤਰ੍ਹਾਂ ਅਗਰ ਆਪਾਂ ਏਜ ਐਂਟਰ ਕਰ ਰਹੇ ਹਾਂ ਤਾਂ P1 ਡੋਟ ਏਜ। ਠੀਕ ਹੈ, ਇਸੇ ਤਰ੍ਹਾਂ ਆਪਾਂ ਸੈਕਿੰਡ ਪਰਸਨ ਦੀ ਡਿਟੇਲ ਐਂਟਰ ਕਰਵਾ ਲੈਣੀ ਹੈ ਤੇ ਬਾਅਦ ਵਿੱਚ ਆਪਾਂ ਉਹਨਾਂ ਨੂੰ ਪ੍ਰਿੰਟ ਕਰਵਾ ਲਿਆ। ਠੀਕ ਹੈ, ਇਹ ਤੁਸੀਂ ਦੇਖ ਲਓ। ਹੁਣ ਐਸੇ ਪ੍ਰੋਗਰਾਮ ਨੂੰ ਸੇਮ ਪ੍ਰੋਗਰਾਮ ਨੂੰ ਆਪਾਂ ਜਿਹੜਾ ਹੈ ਆਬਜੈਕਟ ਓਰੀਐਂਟਡ ਅਪਰੋਚ ਜਾਂ ਮਤਲਬ C++ ਦੇ ਅੰਦਰ ਆਪਾਂ ਲਿਖਾਂਗੇ। ਹੁਣ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਉਹ ਆਪਾਂ ਕਿੱਦਾਂ ਕੀਤਾ ਹੋਇਆ, ਇਹ ਤੁਸੀਂ ਦੇਖ ਲਓ। ਹੁਣ ਇੱਥੇ ਆਪਾਂ ਜਿਹੜੀ ਕਲਾਸ ਹੈਡਰ ਫਾਈਲ ਹੈ ਜਿਹੜੀ ਆਇਓ ਸਟਰੀਮ ਯੂਜ਼ ਕੀਤੀ ਹੈ। ਬਾਕੀ ਆਪਾਂ ਨੈਕਸਟ ਕਲਾਸਿਸ ਦੇ ਵਿੱਚ ਪੜ੍ਹਨਾ ਇਹਨਾਂ ਬਾਰੇ, ਆਇਓ ਸਟਰੀਮ ਕੀ ਹੈ। ਠੀਕ ਹੈ ਜੀ, ਕੀ ਕੰਮ ਹੈਗਾ ਇਹਦਾ। ਹੁਣ ਦੇਖੋ ਆਪਾਂ ਕਲਾਸ ਦਾ ਫੋਰਮੈਟ ਆਪਾਂ ਦੇਖ ਲਿਆ ਸੀ ਵੀ ਕਲਾਸ ਕਿੱਦਾਂ ਕ੍ਰੀਏਟ ਕਰਨੀ। ਕਲਾਸ ਕੀਵਰਡ ਆਏਗਾ, ਫਿਰ ਕਲਾਸ ਦਾ ਨੇਮ ਆਏਗਾ। ਠੀਕ ਹੈ ਜੀ, ਹੁਣ ਮੈਂ ਤੁਹਾਨੂੰ ਇੱਕ ਪੁਆਇੰਟ ਇਹ ਵੀ ਦੱਸਿਆ, ਕਲਾਸ ਕੀ ਇੱਕ ਯੂਜ਼ਰ ਡਿਫਾਈਨਡ ਡਾਟਾ ਟਾਈਪ ਹੈ। ਜਿਵੇਂ ਸਟਰਕਚਰ ਯੂਜ਼ਰ ਡਿਫਾਈਨਡ ਡਾਟਾ ਟਾਈਪ ਹੈ, ਐਵੇਂ ਹੀ ਕਲਾਸ ਜਿਹੜੀ ਹੈ ਉਹ ਵੀ ਯੂਜ਼ਰ ਡਿਫਾਈਨਡ ਡਾਟਾ ਟਾਈਪ ਹੈ। ਐਕਸੈਸ ਸਪੈਸੀਫਾਇਰ ਆਪਾਂ ਲਿਖਤਾ ਪਬਲਿਕ। ਹੁਣ ਅਗਰ ਆਪਾਂ ਇੱਥੇ ਪਬਲਿਕ ਕਰ ਦਿੰਦੇ ਹਾਂ, ਇਹਦਾ ਮਤਲਬ ਕੀ ਹੁੰਦਾ ਹੈ ਕਿ ਜੋ ਵੀ ਆਪਾਂ ਡਾਟਾ ਮੈਂਬਰਸ, ਮੈਂਬਰ ਫੰਕਸ਼ਨ ਇਹਦੇ ਅੰਦਰ ਆਪਾਂ ਡਿਫਾਈਨ ਕੀਤੇ ਆ, ਮਤਲਬ ਆਪਾਂ ਪਬਲਿਕ ਕਰਤੇ ਹੋਏ ਆ। ਮਤਲਬ ਇਹ ਜਿਹੜੇ ਡਾਟਾ ਮੈਂਬਰਸ ਨੇ ਇਹਨਾਂ ਨੂੰ ਆਊਟ ਆਫ ਕਲਾਸ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਵਿਦਇਨ ਦਾ ਕਲਾਸ ਨਹੀਂ। ਆਪਾਂ ਇਹਨਾਂ ਨੂੰ ਆਊਟ ਆਫ ਦੀ ਕਲਾਸ ਵੀ ਆਪਾਂ ਜਿਹੜਾ ਐਕਸੈਸ ਕਰ ਸਕਦੇ ਹਾਂ ਕਿਤੇ ਵੀ। ਬਟ ਐਕਸੈਸ ਹੋ ਕਿੱਦਾਂ ਸਕਦੇ ਆ, ਇਸ ਕਲਾਸ ਦੇ ਆਬਜੈਕਟ ਦੇ ਥਰੂ। ਠੀਕ ਹੈ, ਪਰਸਨ ਕਲਾਸ ਦਾ ਜੋ ਆਪਾਂ ਆਬਜੈਕਟ ਕ੍ਰੀਏਟ ਕਰਾਂਗੇ, ਜੋ ਵੇਰੀਏਬਲ ਕ੍ਰੀਏਟ ਕਰਾਂਗੇ,
ਉਹਦੇ ਥਰੂ ਹੀ ਇਹ ਐਕਸੈਸ ਹੋ ਸਕਦੇ ਆ, ਅਦਰਵਾਈਜ਼ ਨਹੀਂ ਹੋ ਸਕਦੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਦੇਖੋ ਆਪਾਂ ਇਹ 2 ਡਾਟਾ ਮੈਂਬਰਸ ਡਿਕਲੇਅਰ ਕਰ ਲਏ। ਉਸ ਤੋਂ ਬਾਅਦ 2 ਫੰਕਸ਼ਨ ਆਪਾਂ ਇਸ ਕਲਾਸ 'ਚ ਕ੍ਰੀਏਟ ਕੀਤੇ ਹੋਏ ਆ, ਇੱਕ ਗੈਟ ਰੀਡ ਦਾ, ਇੱਕ ਗੈਟ ਪ੍ਰਿੰਟ ਦਾ। ਗੈਟ ਰੀਡ ਦੇ ਵਿੱਚ ਆਪਾਂ ਦੋਨਾਂ ਨੂੰ ਇਨਪੁਟ ਕਰਨ ਦਾ ਕੋਡ ਕਰਤਾ ਕਿ ਨੇਮ ਐਂਟਰ ਕਰੋ, ਏਜ ਐਂਟਰ ਕਰੋ, ਤੇ ਗੈਟ ਪ੍ਰਿੰਟ ਦੇ ਅੰਦਰ ਆਪਾਂ ਦੋਨਾਂ ਨੂੰ ਪ੍ਰਿੰਟ ਕਰਨ ਦਾ ਕੋਡ ਕਰਤਾ। ਠੀਕ ਹੈ ਜੀ। ਹੁਣ ਇੱਥੇ ਸੀ ਆਊਟ ਯੂਜ਼ ਹੋਇਆ, ਇਹ ਪ੍ਰਿੰਟਿੰਗ ਲਈ ਯੂਜ਼ ਹੁੰਦਾ। ਠੀਕ ਹੈ। ਹੁਣ ਇਹ ਸੀ ਆਊਟ ਕੀ ਹੈ, ਜਾਂ ਇੱਥੇ ਆਪਾਂ ਸੀ ਇਨ ਯੂਜ਼ ਕੀਤਾ, ਇਹ ਇਨਪੁੱਟ ਲਈ ਯੂਜ਼ ਹੁੰਦਾ। ਜਿਵੇਂ ਸੀ ਦੇ ਵਿੱਚ ਸਕੈਨਐਫ ਯੂਜ਼ ਹੁੰਦਾ ਸੀ ਫੰਕਸ਼ਨ। ਇਨ ਸੀ ਆਊਟ ਬਾਰੇ ਆਪਾਂ ਨੈਕਸਟ ਕਲਾਸਿਸ ਦੇ ਵਿੱਚ ਪੜਾਂਗੇ, ਅਲੱਗ ਲੈਕਚਰ ਆਪਣਾ ਹੋਏਗਾ ਇਹਦੇ ਉੱਪਰ। ਉਸ ਤੋਂ ਬਾਅਦ ਦੇਖੋ ਜੀ ਇਹ ਆ ਗਿਆ ਆਪਣੇ ਕੋਲ ਮੇਨ ਮੈਥਡ। ਹੁਣ ਇਹਦੇ ਅੰਦਰ ਆਪਾਂ ਇਹ ਕਲਾਸ ਦੇ ਆਬਜੈਕਟ ਕ੍ਰੀਏਟ ਕਰ ਲਏ, ਪਰਸਨ P1, P2 ਸੈਮੀਕੋਲਨ। ਠੀਕ ਹੈ। ਬਿਲਕੁਲ ਸੇਮ ਵੇ ਆ ਜਿਵੇਂ ਆਪਾਂ ਨਾਰਮਲ ਪ੍ਰਾਇਮਰੀ ਡਾਟਾ ਟਾਈਪਸ ਦੇ ਵੇਰੀਏਬਲ ਕ੍ਰੀਏਟ ਕਰਦੇ ਹਾਂ। ਠੀਕ ਹੈ ਜੀ। ਜਿਵੇਂ ਸਟਰਕਚਰ ਦੇ ਵਿੱਚ ਆਪਾਂ ਨੂੰ ਸਟਰਕਟ ਕੀਵਰਡ ਵੀ ਲਿਖਣਾ ਪੈਂਦਾ ਸੀ, ਇੱਥੇ ਕੋਈ ਕੀਵਰਡ ਨਹੀਂ ਹੋਣਾ, ਆਪਾਂ ਸਿੰਪਲ ਕਲਾਸ ਦਾ ਨੇਮ ਲਿਖਣਾ ਹੈ ਪਰਸਨ, ਤੇ ਨਾਲ ਆਪਾਂ ਉਹਦੇ n ਨੰਬਰ ਆਫ ਜਿਹੜੇ ਆਬਜੈਕਟਸ ਕ੍ਰੀਏਟ ਕਰ ਸਕਦੇ ਹਾਂ। ਹੁਣ ਦੇਖੋ, ਹੁਣ ਇਹ ਗੈਟ ਰੀਡ ਫੰਕਸ਼ਨ ਆ ਜਿਹੜਾ, ਇਹ ਕਿਹੜੀ ਕਲਾਸ ਦਾ ਫੰਕਸ਼ਨ ਸੀਗਾ, ਪਰਸਨ ਕਲਾਸ। ਠੀਕ ਹੈ। ਆਪਾਂ ਨੂੰ ਡਾਇਰੈਕਟਲੀ ਨਹੀਂ ਯੂਜ਼ ਕਰਦੇ ਕਿ ਆਪਾਂ ਸਿੰਪਲ ਲਿਖ ਦਈਏ ਤੇ ਗੈਟ ਰੀਡ। ਠੀਕ ਹੈ। ਇਸ ਤਰ੍ਹਾਂ ਨਹੀਂ ਇਹ ਯੂਜ਼ ਹੋ ਸਕਦਾ, ਆਪਾਂ ਨੂੰ ਨਾਲ ਉਸ ਕਲਾਸ ਦਾ ਆਬਜੈਕਟ ਲਿਖਣਾ ਪਏਗਾ। ਠੀਕ ਹੈ। ਇਹ ਜਿੱਦਾਂ ਆਪਾਂ ਲਿਖਿਆ P1 ਡੋਟ ਗੈਟ ਰੀਡ। ਹੁਣ ਇੱਥੋਂ ਕੰਪਾਈਲਰ ਨੂੰ ਕੀ ਪਤਾ ਲੱਗਣਾ ਕਿ ਗੈਟ ਰੀਡ ਫੰਕਸ਼ਨ ਕਿਹੜੀ ਕਲਾਸ, ਹੁਣ ਦੇਖੇਗਾ ਵੀ ਜਿਹੜਾ ਆਬਜੈਕਟ ਉਹ ਕਿਹੜੀ ਕਲਾਸ ਦਾ। ਠੀਕ ਹੈ। ਪਰਸਨ ਕਲਾਸ ਦਾ ਡੋਟ ਗੈਟ ਰੀਡ। ਗੈਟ ਰੀਡ ਸਰਚ ਕਰੇਗਾ ਵੀ ਫੰਕਸ਼ਨ ਅਵੇਲੇਬਲ ਹੈਗਾ ਹੈ, ਉੱਥੇ ਅਵੇਲੇਬਲ ਹੈ ਤਾਂ ਉਹਨੂੰ ਕਾਲ ਕਰ ਦੇਗਾ, ਉਹਨੂੰ ਐਗਜ਼ੀਕਿਊਟ ਕਰ ਦੇਗਾ। ਠੀਕ ਹੈ। ਕਾਲ ਕਿਹਦੇ ਨਾਲ ਕਰ ਰਿਹਾ, P1 ਦੇ ਨਾਲ। ਠੀਕ ਹੈ। ਹੁਣ P1 ਆਬਜੈਕਟ ਹੈ, ਇਹਦੇ ਅੰਦਰ ਡਾਟਾ ਵੀ ਆ ਜਾਏਗਾ। ਡਾਟਾ ਕੀ ਹੈ, ਨੇਮ, ਦੂਸਰਾ ਕੀ ਹੈ ਏਜ, ਨਾਲ ਜੋ ਇਹਦੇ ਫੰਕਸ਼ਨਸ ਨੇ ਗੈਟ ਰੀਡ ਤੇ ਗੈਟ ਪ੍ਰਿੰਟ। ਇਹ 2 ਫੰਕਸ਼ਨਸ ਨੇ ਤੇ 2 ਡਾਟਾ ਮੈਂਬਰ। ਠੀਕ ਹੈ। ਇਸੇ ਤਰ੍ਹਾਂ P2 ਦਾ ਵੀ ਜਿਹੜਾ ਹੋਏਗਾ ਨੇਮ, ਏਜ, ਗੈਟ ਰੀਡ ਤੇ ਗੈਟ ਪ੍ਰਿੰਟ ਫੰਕਸ਼ਨ। ਠੀਕ ਹੈ। ਹੁਣ ਇਹ ਦੇਖੋ P2 ਦੇ ਨਾਲ ਵੀ ਆਪਾਂ ਕਾਲ ਕੀਤੀ ਹੈ। ਹੁਣ ਜਦੋਂ ਵੀ ਇਹ ਕਾਲ ਹੋਣੀ ਹੈ, ਜੋ ਵੀ ਫੰਕਸ਼ਨ ਦੇ ਅੰਦਰ ਕੋਡ ਲਿਖਿਆ ਹੈ ਉਹ ਐਗਜ਼ੀਕਿਊਟ ਹੋਏਗਾ। ਆਪਾਂ P1 ਦਾ ਡਾਟਾ ਐਂਟਰ ਕਰਾਂਗੇ, ਬਾਅਦ ਵਿੱਚ P2 ਦਾ ਡਾਟਾ ਐਂਟਰ ਕਰਾਂਗੇ। ਠੀਕ ਹੈ ਜੀ। ਉਸ ਤੋਂ ਬਾਅਦ P1 ਡੋਟ ਗੈਟ ਪ੍ਰਿੰਟ, ਇਹਦੇ ਨਾਲ ਆਪਾਂ ਪ੍ਰਿੰਟ ਕਰ ਲਾਂਗੇ ਡਾਟਾ ਜੋ ਵੀ P1 ਦਾ ਹੈਗਾ, ਤੇ P2 ਡੋਟ ਗੈਟ ਪ੍ਰਿੰਟ, ਇਹਦੇ ਨਾਲ ਆਪਾਂ P2 ਦਾ ਡਾਟਾ ਜੋ ਵੀ ਹੈ ਉਹਨੂੰ ਪ੍ਰਿੰਟ ਕਰ ਲਾਂਗੇ। ਠੀਕ ਹੈ ਜੀ। ਹੋ ਗਿਆ ਇੰਨਾ ਕਲੀਅਰ। ਇਹ ਸੀਗਾ ਇੱਕ ਜਸਟ ਇੱਕ ਓਵਰਵਿਊ ਕਿ ਕਿਵੇਂ ਆਪਾਂ ਆਬਜੈਕਟ ਕ੍ਰੀਏਟ ਕਰਨੇ ਆ, ਕਿਵੇਂ ਆਪਾਂ ਕਲਾਸ ਕ੍ਰੀਏਟ ਕਰਨੀ ਹੈ, ਤੇ ਆਬਜੈਕਟ ਦੇ ਨਾਲ ਆਪਾਂ ਉਸ ਕਲਾਸ ਦੇ ਮੈਂਬਰ ਨੂੰ ਕਿੱਦਾਂ ਕਾਲ ਕਰਨੀ ਹੈ। ਠੀਕ ਹੈ। ਇਹ ਸਿਰਫ ਇੱਕ ਓਵਰਵਿਊ ਹੈ। ਆਪਾਂ ਇਸ ਤਰ੍ਹਾਂ ਦੇ ਕਈ ਪ੍ਰੋਗਰਾਮਸ ਆਪਾਂ ਕਰਨੇ ਆ। ਅਗਰ ਕਿਸੇ ਨੂੰ ਕੋਈ ਪੁਆਇੰਟ ਸਮਝ ਨਹੀਂ ਆਇਆ, ਉਹ ਦੁਬਾਰਾ ਵੀ ਕਲਾਸ ਨੂੰ ਤੁਸੀਂ ਦੇਖ ਸਕਦੇ ਹੋ। ਬਾਕੀ ਆਪਾਂ ਨੈਕਸਟ ਕਲਾਸਿਸ ਦੇ ਵਿੱਚ ਕਾਫੀ ਪ੍ਰੋਗਰਾਮਸ ਕਰਨੇ ਆ ਜਿਹਦੇ ਨਾਲ ਤੁਹਾਨੂੰ ਕਨਸੈਪਟ ਕਲੀਅਰ ਹੋ ਜਾਣਾ। ਠੀਕ ਹੈ। ਹੁਣ ਜਿਹੜਾ ਇੱਕ ਆਪਾਂ ਪੁਆਇੰਟ ਪੜ੍ਹਿਆ ਸੀ ਕਿ ਸੀ ਪ੍ਰੋਗਰਾਮਿੰਗ 'ਚ ਆਪਾਂ ਜਿਵੇਂ ਗਲੋਬਲ ਡਾਟਾ ਆਪਾਂ ਲਗਾਤਾ ਕੋਈ, ਤਾਂ ਉਹਨੂੰ ਸਾਰੇ ਫੰਕਸ਼ਨ ਅਸੈਸ ਕਰ ਸਕਦੇ ਆ, ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਲਗਾ ਸਕਦੇ ਕਿ ਇਹਨੂੰ ਸਿਰਫ ਕੁਛ ਫੰਕਸ਼ਨ ਹੀ ਯੂਜ਼ ਕਰਨ, ਬਾਕੀ ਦੇ ਫੰਕਸ਼ਨ ਨਾ ਯੂਜ਼ ਕਰਨ। ਇਸ ਤਰ੍ਹਾਂ ਦੀ ਆਪਾਂ ਉੱਥੇ ਰਿਸਟ੍ਰਿਕਸ਼ਨ ਨਹੀਂ ਲਗਾ ਸਕਦੇ। ਠੀਕ ਹੈ। ਤੇ ਉਸ ਚੀਜ਼ ਨੂੰ ਆਪਾਂ, ਉਸ ਕਨਸੈਪਟ ਨੂੰ ਆਪਾਂ ਆਬਜੈਕਟ ਓਰੀਐਂਟਡ ਦੇ ਅੰਦਰ ਕਿਵੇਂ ਇੰਪਲੀਮੈਂਟ ਕਰਦੇ ਹਾਂ, ਹੁਣ ਆਪਾਂ ਇਹ ਦੇਖਣਾ। ਠੀਕ ਹੈ ਜੀ। ਕੋਲ ਇੱਕ ਮਲਟੀ ਫੰਕਸ਼ਨ ਪ੍ਰੋਗਰਾਮ ਹੈ ਜਿਹੜਾ ਆਪਾਂ ਸੀ ਦੇ ਅੰਦਰ ਲਿਖਿਆ ਹੋਇਆ। ਇਹਦੇ ਵਿੱਚ ਆਪਣੇ ਕੋਲ ਇੱਕ ਗਲੋਬਲ ਡਾਟਾ x = 20। ਉਸ ਤੋਂ ਬਾਅਦ ਇਹ 3 ਫੰਕਸ਼ਨ ਬਣੇ ਹੋਏ ਆ, ਐਡੀਸ਼ਨ ਦਾ, ਸਬਟਰੈਕਸ਼ਨ ਦਾ ਤੇ ਮਲਟੀਪਲੀਕੇਸ਼ਨ ਦਾ। ਠੀਕ ਹੈ ਜੀ। ਹੁਣ ਇਹ ਆਪਾਂ ਪ੍ਰੋਟੋਟਾਈਪਸ ਦੇਤੀਆਂ ਉੱਪਰ, ਫੰਕਸ਼ਨ ਪ੍ਰੋਟੋਟਾਈਪਸ। ਉਸ ਤੋਂ ਬਾਅਦ ਮੇਨ ਫੰਕਸ਼ਨ ਆਪਾਂ ਸ਼ੁਰੂ ਕੀਤਾ। ਠੀਕ ਹੈ। ਇੱਥੇ ਖਤਮ ਹੋ ਜਾਂਦਾ। ਹੁਣ ਇਹਦੇ ਅੰਦਰ ਆਪਾਂ ਐਡ ਫੰਕਸ਼ਨ ਨੂੰ ਕਾਲ ਕੀਤੀ ਹੈ ਪਹਿਲਾਂ, ਫਿਰ ਸਬਟਰੈਕਟ ਫੰਕਸ਼ਨ ਨੂੰ, ਫਿਰ ਮਲਟੀ ਫੰਕਸ਼ਨ ਨੂੰ। ਠੀਕ ਹੈ ਜੀ। ਐਡ ਫੰਕਸ਼ਨ ਨੂੰ ਤੁਸੀਂ ਦੇਖ ਸਕਦੇ ਹੋ ਜਦੋਂ ਕਾਲ ਹੋਣੀ ਹੈ ਕੀ ਹੋਣਾ ਹੈ, ਇੱਕ ਇਹਦਾ ਇੱਕ ਲੋਕਲ ਵੇਰੀਏਬਲ ਬਣ ਜਾਣਾ ਹੈ y, ਬਾਅਦ ਵਿੱਚ ਇਹਨੂੰ ਪ੍ਰਿੰਟ ਕਰ ਦੇਣਾ ਹੈ
x + y। ਹੁਣ ਇੱਥੇ ਕੀ ਹੋ ਰਿਹਾ, ਗਲੋਬਲ ਡਾਟਾ ਨੂੰ ਐਕਸੈਸ ਕੀਤਾ ਜਾ ਰਿਹਾ, ਠੀਕ ਹੈ ਜੀ। ਬਿਲਕੁਲ ਹੀ ਸਿੰਪਲ ਐਗਜ਼ਾਮਪਲ ਹੈਗੀ ਹੈ, ਬਿਲਕੁਲ ਈਜ਼ੀ ਐਗਜ਼ਾਮਪਲ ਹੈਗੀ ਹੈ, ਠੀਕ ਹੈ। ਉਸ ਤੋਂ ਬਾਅਦ ਸਬਟਰੈਕਟ ਫੰਕਸ਼ਨ, ਜਦੋਂ ਇਹਨੂੰ ਕਾਲ ਹੋਣੀ ਹੈ ਸਬਟਰੈਕਟ ਫੰਕਸ਼ਨ ਨੂੰ, ਤਾਂ ਇਹ ਫੰਕਸ਼ਨ ਚੱਲ ਜਾਣਾ। ਇਹਦੇ ਅੰਦਰ ਆਪਾਂ ਇੱਕ p ਵੇਰੀਏਬਲ ਲਿਆ ਜਿਹੜਾ ਲੋਕਲ ਵੇਰੀਏਬਲ ਹੈ, ਅਤੇ ਆਪਾਂ ਨਾਲ ਪ੍ਰਿੰਟ ਕਰਾਇਆ ਸਬਟਰੈਕਸ਼ਨ ਅਤੇ x - p। ਇੱਥੇ ਵੀ ਜਿਹੜਾ ਗਲੋਬਲ ਵੇਰੀਏਬਲ ਜਿਹੜਾ ਐਕਸੈਸ ਹੋ ਰਿਹਾ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨੈਕਸਟ ਜਿਹੜਾ ਆਪਣੇ ਕੋਲ ਮਲਟੀ ਨਾਮ ਦਾ ਫੰਕਸ਼ਨ ਹੈ, ਇਹਦੇ ਵਿੱਚ ਵੀ ਕਿਊ ਵੇਰੀਏਬਲ ਜਿਹੜਾ ਇਹਦਾ ਲੋਕਲ ਵੇਰੀਏਬਲ ਹੈ, ਅਤੇ ਨਾਲ ਆਪਾਂ ਮਲਟੀਪਲੀਕੇਸ਼ਨ ਜਿਹੜੀ ਉਹ ਪ੍ਰਿੰਟ ਕਰ ਰਹੇ ਹਾਂ, ਠੀਕ ਹੈ। ਤਿੰਨੋਂ ਹੀ ਫੰਕਸ਼ਨ ਜਿਹੜੇ ਆ ਯੂਜ਼ ਕਰ ਰਹੇ ਆ ਗਲੋਬਲ ਡਾਟਾ ਨੂੰ, ਠੀਕ ਹੈ। ਪਰ ਅਗਰ ਆਪਾਂ ਚਾਹੁੰਦੇ ਹਾਂ ਕਿ ਮਲਟੀ ਫੰਕਸ਼ਨ ਹੈ ਜਿਹੜਾ ਮਲਟੀਪਲੀਕੇਸ਼ਨ ਦਾ ਫੰਕਸ਼ਨ ਹੈ ਜਿਹੜਾ ਉਹ ਨਾ ਅਸੈਸ ਕਰ ਸਕੇ, ਠੀਕ ਹੈ, ਤਾਂ ਇਹ ਆਪਾਂ ਰਿਸਟ੍ਰਿਕਸ਼ਨ ਜਿਹੜੀ ਓਬਜੈਕਟ ਓਰੀਐਂਟਡ ਅਪਰੋਚ ਦੇ ਨਾਲ ਕਿਵੇਂ ਲਗਾ ਸਕਦੇ ਹਾਂ, C++ ਦੇ ਅੰਦਰ ਆਪਾਂ ਕਿਵੇਂ ਲਗਾ ਸਕਦੇ ਹਾਂ, ਹੁਣ ਆਪਾਂ ਉਹ ਦੇਖਣਾ ਹੈ। ਹਾਂਜੀ ਸਟੂਡੈਂਟਸ, ਤੁਸੀਂ ਦੇਖ ਸਕਦੇ ਹੋ ਇਹ C++ ਦੇ ਅੰਦਰ ਆਪਾਂ ਪ੍ਰੋਗਰਾਮ ਕੀਤਾ ਹੋਇਆ, ਸੇਮ ਪ੍ਰੋਗਰਾਮ ਹੈ, ਸੇਮ ਪ੍ਰੋਗਰਾਮ ਨੂੰ ਆਪਾਂ ਕੀਤਾ ਹੋਇਆ C++ ਦੇ ਅੰਦਰ, ਠੀਕ ਹੈ ਜੀ। ਵੇਰੀਏਬਲ ਵੀ ਮੈਂ ਸੇਮ ਰੱਖੇ ਆ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਏ ਡਿਫਰੈਂਸ ਜਿਹੜਾ ਹੈ ਬਿਟਵੀਨ ਪ੍ਰੋਸੀਜਰਲ ਓਰੀਐਂਟਡ ਅਤੇ ਓਬਜੈਕਟ ਓਰੀਐਂਟਡ ਦੇ ਅੰਦਰ। ਹੁਣ ਦੇਖੋ ਕੈਲਕੂਲੇਟ ਨਾਮ ਦੀ, ਹੁਣ ਆਪਾਂ ਇਹਨੂੰ ਕਲਾਸ ਦੇ ਨਾਲ ਕਰਨਾ, ਠੀਕ ਹੈ। ਕਲਾਸ ਆਪਾਂ ਡਿਫਾਈਨ ਕਰ ਲਈ ਹੈ। ਹੁਣ ਇਹਦੇ ਅੰਦਰ ਆਪਾਂ ਇੱਕ ਕੈਲਕੂਲੇਟ ਰੱਖਤਾ ਕਲਾਸ ਦਾ ਨਾਮ, ਠੀਕ ਹੈ। ਇੱਕ ਯੂਜ਼ਰ ਡਿਫਾਈਨਡ ਟਾਈਪ ਕ੍ਰੀਏਟ ਕਰ ਲਈ ਹੈ ਕੈਲਕੂਲੇਟ। ਪਬਲਿਕ ਆਪਾਂ ਅਸੈਸ ਸਪੈਸੀਫਾਇਰ ਲਗਾਤਾ, ਠੀਕ ਹੈ ਜੀ। ਹੁਣ ਐਕਸ ਵੇਰੀਏਬਲ ਆਪਾਂ ਇੱਕ ਡਿਕਲੇਅਰ ਕਰ ਲਿਆ ਜਿਹਨੂੰ ਆਪਾਂ ਗਲੋਬਲ ਰੱਖਿਆ ਸੀ, ਠੀਕ ਹੈ। ਹੁਣ ਆਪਾਂ ਚਾਹੁੰਦੇ ਤਾਂ ਐਂ ਨਾ ਰਿਸਟ੍ਰਿਕਸ਼ਨ ਲਗਾਉਣੀ ਕਿ ਜਿਹੜਾ ਤੀਸਰਾ ਫੰਕਸ਼ਨ ਸੀ ਮਲਟੀ ਫੰਕਸ਼ਨ ਉਹ ਨਾ ਐਕਸੈਸ ਕਰ ਸਕੇ, ਠੀਕ ਹੈ। ਹੁਣ ਆਪਾਂ ਇਹਨੂੰ ਐਜ਼ ਆ ਕਲਾਸ ਮੈਂਬਰ ਆਪਾਂ ਡਿਕਲੇਅਰ ਕਰ ਲਿਆ x = 20। ਫਿਰ ਇਹਦੇ ਅੰਦਰ ਆਪਾਂ ਦੋ ਫੰਕਸ਼ਨ ਜਿਹੜੇ ਸੀ ਆਪਾਂ ਬਣਾਤੇ ਕਿ ਜਿਨ੍ਹਾਂ ਨੂੰ ਆਪਾਂ ਐਕਸੈਸ ਦੇਣਾ ਸੀਗਾ, ਠੀਕ ਹੈ। ਐਡ ਅਤੇ ਸਬਟਰੈਕਸ਼ਨ। ਉੱਥੇ ਸਬਟਰੈਕਟ ਸੀ, ਇੱਥੇ ਆਪਾਂ ਸਬਟਰੈਕਸ਼ਨ ਨਾਮ ਕਰਤਾ ਇਹਦਾ। ਹੁਣ ਦੇਖੋ y ਵੇਰੀਏਬਲ ਲੋਕਲ ਵੇਰੀਏਬਲ ਜੋ ਪਹਿਲਾਂ ਸੀਗਾ ਉਹੀ ਰਹਿਣ ਤਾ, ਅਤੇ ਐਡੀਸ਼ਨ ਆਪਾਂ ਕਰਤੀ ਇਹਦੇ ਅੰਦਰ, ਠੀਕ ਹੈ। ਐਕਸੈਸ ਕਰ ਰਿਹਾ। ਉਸ ਤੋਂ ਬਾਅਦ ਸਬਟਰੈਕਟ ਫੰਕਸ਼ਨ ਸੀ, ਇੱਥੇ ਸਬਟਰੈਕਸ਼ਨ ਹੈ, ਇਹਦੇ ਅੰਦਰ ਵੀ ਆਪਾਂ ਲੋਕਲ ਵੇਰੀਏਬਲ p ਦਿੱਤਾ ਸੀਗਾ, ਕਲੀਅਰ। ਅਤੇ ਇਹ ਵੀ ਕੀ ਕਰ ਰਿਹਾ, ਉਹਨੂੰ ਐਕਸੈਸ ਕਰ ਰਿਹਾ x ਨੂੰ, ਠੀਕ ਹੈ ਜੀ। ਹੁਣ ਇਹ ਫੰਕਸ਼ਨਸ ਨੂੰ ਕੋਲ ਆਪਾਂ ਕਿੱਦਾਂ ਕਰਨੀ ਹੈ, ਜਿਹੜੀ ਕਲਾਸ ਦੇ ਇਹ ਮੈਂਬਰ ਨੇ ਉਸ ਕਲਾਸ ਦਾ ਓਬਜੈਕਟ ਬਣਾ ਕੇ ਆਪਾਂ ਇਹਨਾਂ ਨੂੰ ਕੋਲ ਕਰਾਂਗੇ, ਠੀਕ ਹੈ। ਕਿ ਓਬਜੈਕਟ ਦੇ ਥਰੂ ਆਪਾਂ ਉਹਨਾਂ ਫੰਕਸ਼ਨ ਨੂੰ, ਉਹਨਾਂ ਡਾਟਾ ਮੈਂਬਰ ਨੂੰ ਅਸੈਸ ਕਰ ਸਕਦੇ ਹਾਂ ਜਿਹੜੇ ਉਹ ਸੇਮ ਕਲਾਸ ਦੇ ਹੋਣ, ਠੀਕ ਹੈ। ਵੀ ਓਬਜੈਕਟ ਵੀ ਪਰਸਨ ਕੈਲਕੂਲੇਟ ਕਲਾਸ ਦਾ, ਇਹ ਡਾਟਾ ਮੈਂਬਰ ਵੀ ਕੈਲਕੂਲੇਟ ਕਲਾਸ ਦੇ ਆ, ਫੰਕਸ਼ਨ ਵੀ ਕੈਲਕੂਲੇਟ ਕਲਾਸ ਦਾ, ਠੀਕ ਹੈ। ਬਾਕੀ ਆਪਾਂ ਕਿਸੇ ਦੂਸਰੀ ਕਲਾਸ ਦੇ ਮੈਂਬਰ ਨੂੰ ਕਿਸੇ ਹੋਰ ਕਲਾਸ ਦੇ ਅੰਦਰ ਐਕਸੈਸ ਕਰ ਸਕਦੇ ਹਾਂ, ਬਟ ਓਬਜੈਕਟ ਜਿਹੜਾ ਆ ਉਹ ਦੂਸਰੀ ਕਲਾਸ ਦਾ ਹੋਣਾ ਚਾਹੀਦਾ, ਠੀਕ ਹੈ। ਉਹ ਆਪਾਂ ਬਾਅਦ ਵਿੱਚ ਕਰਾਂਗੇ, ਉੱਦਾਂ ਦਾ ਪ੍ਰੋਗਰਾਮ ਵੀ ਆਪਾਂ ਕਰਾਂਗੇ। ਫਿਲਹਾਲ ਤੁਸੀਂ ਸਿਰਫ ਇੰਨਾ ਸਮਝੋ ਕਿ ਆਪਾਂ ਕਿਵੇਂ ਰਿਸਟ੍ਰਿਕਸ਼ਨ ਲਗਾ ਰਹੇ ਹਾਂ। ਹੁਣ ਇਹ ਆਪਾਂ ਦੋ ਜਿਹੜੇ ਫੰਕਸ਼ਨ ਸੀ ਜਿਨ੍ਹਾਂ ਨੂੰ ਅਸੈਸ ਆਪਾਂ ਦੇਣਾ ਚਾਹੁੰਦੇ ਸੀ, ਇਹ ਆਪਾਂ ਉਸ ਕਲਾਸ ਦੇ ਅੰਦਰ ਡਿਫਾਈਨ ਕਰਤੇ हैं, ਐਡ ਅਤੇ ਸਬਟਰੈਕਸ਼ਨ, ਠੀਕ ਹੈ। ਅਤੇ ਇੱਥੇ ਆਪਾਂ ਕਲਾਸ ਕਰਤੀ ਕਲੋਜ਼। ਹੁਣ ਇਹ ਤੁਸੀਂ ਦੇਖ ਸਕਦੇ ਹੋ ਕਿ ਮਲਟੀ ਫੰਕਸ਼ਨ ਜਿਹੜਾ ਉਹ ਕਿਸੇ ਵੀ ਕਲਾਸ ਦਾ ਮੈਂਬਰ ਨਹੀਂ ਹੈ, ਇਹ ਆਪਾਂ ਉੱਦਾਂ ਹੀ ਡਿਕਲੇਅਰ ਕੀਤਾ। ਹੁਣ ਇਹਦੇ ਅੰਦਰ ਆਪਾਂ ਲੋਕਲ ਵੇਰੀਏਬਲ ਦੇਤਾ Q20 ਅਤੇ ਪ੍ਰਿੰਟ ਐਫ ਕਰਤਾ ਆਪਾਂ ਮਲਟੀਪਲੀਕੇਸ਼ਨ, ਅਤੇ ਇੱਥੇ ਉਹ ਕਲਾਸ ਦਾ ਜਿਹੜਾ ਮੈਂਬਰ ਹੈ x ਉਹਨੂੰ ਯੂਜ਼ ਕਰ ਰਿਹਾ, ਠੀਕ ਹੈ। ਪਰ ਹੋਣਾ ਕੀ ਹੈ, ਇਹਨੇ ਐਰਰ ਜਨਰੇਟ ਕਰ ਦੇਣੀ ਹੈ, ਠੀਕ ਹੈ। ਕਿਉਂਕਿ x ਜਿਹੜਾ ਉਹ ਕਲਾਸ ਦਾ ਮੈਂਬਰ ਹੈ ਕੈਲਕੂਲੇਟ ਕਲਾਸ ਦਾ, ਅਤੇ x ਨੂੰ ਆਪਾਂ ਵਿਦਾਊਟ ਓਬਜੈਕਟ, ਠੀਕ ਹੈ, ਵਿਦਾਊਟ ਓਬਜੈਕਟ ਆਪਾਂ ਨਹੀਂ ਐਕਸੈਸ ਕਰ ਸਕਦੇ, ਠੀਕ ਹੈ। ਵਿਦਾਊਟ ਆਪਾਂ ਓਬਜੈਕਟ x ਨੂੰ ਯੂਜ਼ ਨਹੀਂ ਕਰ ਸਕਦੇ, ਠੀਕ ਹੈ। ਇਹ x ਜਿਹੜਾ ਹੈ ਉਹ ਡਾਟਾ ਮੈਂਬਰ ਹੈ ਕੈਲਕੂਲੇਟ ਕਲਾਸ ਦਾ, ਅਤੇ ਸਿਰਫ ਐਕਸੈਸ ਹੋਏਗਾ ਕੈਲਕੂਲੇਟ ਕਲਾਸ ਦੇ ਓਬਜੈਕਟ ਦੇ ਨਾਲ, ਠੀਕ ਹੈ। ਨੈਕਸਟ ਤੁਸੀਂ ਮੇਨ ਫੰਕਸ਼ਨ 'ਚ ਦੇਖ ਸਕਦੇ ਹੋ ਕਿ ਆਪਾਂ ਕੈਲਕੂਲੇਟ ਕਲਾਸ ਦਾ ਓਬਜੈਕਟ ਕ੍ਰੀਏਟ ਕਰ ਲਿਆ C1। ਹੁਣ ਆਪਾਂ ਇੱਥੇ ਲਿਖਤਾ C1.add C1.subtraction। ਹੁਣ ਇਹ ਦੋਨੋਂ ਫੰਕਸ਼ਨ ਜਿਹੜੇ ਆ ਇਹ ਕੈਲਕੂਲੇਟ ਕਲਾਸ ਦੇ ਆ, ਅਤੇ ਇਹ ਓਬਜੈਕਟ ਵੀ ਆਪਾਂ ਕੈਲਕੂਲੇਟ ਕਲਾਸ ਦਾ ਬਣਾਇਆ, ਠੀਕ ਹੈ।
ਫਿਰ ਆਪਾਂ ਉਹ ਫੰਕਸ਼ਨ ਨੂੰ ਅਸੈਸ ਕਰ ਰਹੇ ਹਾਂ ਦੋਨਾਂ ਨੂੰ, ਠੀਕ ਹੈ। ਕਿਉਂਕਿ ਜਿਹੜੇ ਵੀ ਡਾਟਾ ਮੈਂਬਰਸ ਨੇ ਜਾਂ ਮੈਂਬਰ ਫੰਕਸ਼ਨ ਨੇ ਕਿਸੇ ਕਲਾਸ ਦੇ, ਉਹ ਉਸ ਕਲਾਸ ਦੇ, ਉਸ ਸੇਮ ਕਲਾਸ ਦੇ ਓਬਜੈਕਟ ਦੇ ਨਾਲ ਹੀ ਅਸੈਸ ਹੋ ਸਕਦੇ ਆ। ਵਿਦਾਊਟ ਓਬਜੈਕਟ ਆਪਾਂ ਨਹੀਂ ਅਸੈਸ ਕਰ ਸਕਦੇ, ਠੀਕ ਹੈ ਜੀ। ਹੁਣ ਇਹ ਤੁਸੀਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ, ਆਲਸੋ ਮਲਟੀ ਫੰਕਸ਼ਨ ਹੈ ਜਿਹੜਾ ਕੈਨ ਨਾਟ ਬੀ ਕਾਲਡ ਵਿਦਾਊਟ ਵਿਦ ਓਬਜੈਕਟ ਆਫ C1, ਠੀਕ ਹੈ। C1 ਓਬਜੈਕਟ ਦੇ ਨਾਲ ਆਪਾਂ ਮਲਟੀ ਫੰਕਸ਼ਨ ਨੂੰ ਕਾਲ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਮਲਟੀ ਫੰਕਸ਼ਨ ਜਿਹੜਾ ਹੈ ਉਹ ਇਸ ਕਲਾਸ ਦਾ ਮੈਂਬਰ ਹੈ ਹੀ ਨਹੀਂ ਆ, ਠੀਕ ਹੈ। ਓਬਜੈਕਟਸ ਦੇ ਨਾਲ ਆਪਾਂ ਕਲਾਸ ਦੇ ਮੈਂਬਰ ਨੂੰ ਅਸੈਸ ਕਰ ਸਕਦੇ ਹਾਂ, ਕਲੀਅਰ। ਤੇ ਕੋਈ ਵੀ ਡਾਟਾ ਮੈਂਬਰ ਹੈ ਜਾਂ ਮੈਂਬਰ ਫੰਕਸ਼ਨ ਹੈ ਕਿਸੇ ਕਲਾਸ ਦਾ, ਉਹ ਵਿਦਾਊਟ ਉਸ ਕਲਾਸ ਦੇ ਓਬਜੈਕਟ ਦੇ ਆਪਾਂ ਨਹੀਂ ਅਸੈਸ ਕਰ ਸਕਦੇ, ਕਲੀਅਰ। ਹੁਣ ਇਹ ਤੁਸੀਂ ਇੱਥੇ ਦੇਖ ਲਿਆ ਕਿ ਆਪਾਂ ਇਹ ਰਿਸਟ੍ਰਿਕਸ਼ਨ ਆਪਾਂ ਕਿਵੇਂ ਕੀਤੀ ਹੈ, ਠੀਕ ਹੈ ਜੀ। ਹੁਣ ਆਪਾਂ ਥੋੜ੍ਹਾ ਜਿਹਾ ਦੇਖਾਂਗੇ ਵੀ ਕਲਾਸ ਕੀ ਹੈ, ਠੀਕ ਹੈ। ਹਾਂਜੀ ਸਟੂਡੈਂਟਸ, ਕਲਾਸ ਕੀ ਇੱਕ ਤਰ੍ਹਾਂ ਨਾਲ ਇੱਕ ਗਰੁੱਪ ਹੈ। ਜਿਵੇਂ ਤੁਸੀਂ ਸਟਰਕਚਰ ਦੇਖੋਗੇ ਸੀ ਦੇ ਅੰਦਰ, ਸਟਰਕਚਰ ਕੀ ਇੱਕ ਗਰੁੱਪ ਹੈ ਡਾਟਾ ਮੈਂਬਰਸ ਦਾ, ਸਿਰਫ ਡਾਟਾ ਦਾ, ਠੀਕ ਹੈ। ਪਰ ਕਲਾਸ ਕੀ ਇੱਕ ਗਰੁੱਪ ਹੈਗਾ ਹੈ ਕਾਹਦਾ? ਡਾਟਾ ਮੈਂਬਰਸ ਪਲੱਸ ਮੈਂਬਰ ਫੰਕਸ਼ਨਸ, ਠੀਕ ਹੈ। ਮਤਲਬ ਡਾਟਾ ਪਲੱਸ ਕੋਡ, ਕੋਡ ਮਤਲਬ ਫੰਕਸ਼ਨ। ਤੇ ਫੰਕਸ਼ਨ ਦਾ ਉੱਥੇ ਕੀ ਕੰਮ ਹੈ ਕਿ ਜੋ ਵੀ ਤੁਸੀਂ ਡਾਟਾ ਮੈਂਬਰਸ ਯੂਜ਼ ਕਰ ਰਹੇ ਹੋ ਉਹਨਾਂ ਦੇ ਉੱਪਰ ਜੋ ਆਪਰੇਸ਼ਨਸ ਤੁਸੀਂ ਲਗਾਉਣੇ ਆ, ਉਹ ਤੁਸੀਂ ਉਸ ਕਲਾਸ ਦੇ ਉਹਨਾਂ ਫੰਕਸ਼ਨਸ ਦੇ ਥਰੂ ਲਗਾਉਣੇ ਆ। ਤੇ ਫੰਕਸ਼ਨਸ ਨੂੰ ਆਪਾਂ ਕਿੱਦਾਂ ਕਾਲ ਕਰਨੀ ਹੈ? ਵਿਦ ਦਾ ਆਬਜੈਕਟ ਆਫ ਸੇਮ ਕਲਾਸ, ਠੀਕ ਹੈ ਜੀ। ਹੁਣ ਕਲਾਸ ਕੀ ਕਰ ਰਹੀ ਹੈ? ਬਾਈਂਡ ਕਰ ਰਹੀ ਹੈ ਕਿਹਨੂੰ? ਡਾਟਾ ਨੂੰ। ਐਟਰੀਬਿਊਟਸ ਨੇ ਜੋ ਵੀ ਤੁਹਾਨੂੰ ਕਿਸੇ ਆਬਜੈਕਟ ਬਾਰੇ ਮਿਲ ਰਹੇ ਆ, ਠੀਕ ਹੈ। ਉਸ ਤੋਂ ਬਾਅਦ ਔਰ ਡਾਟਾ ਮੈਂਬਰਸ ਐਂਡ ਕੋਡ ਜਾਂ ਫੰਕਸ਼ਨਸ ਜਿਹੜੇ ਡਿਫਾਈਨਡ ਵਿਦਿਨ ਦਾ ਕਲਾਸ, ਠੀਕ ਹੈ। ਕਲਾਸ ਦੇ ਜਿਹੜੇ ਫੰਕਸ਼ਨ ਹੈ ਉਹਨਾਂ ਨੂੰ ਆਪਾਂ ਆਊਟਸਾਈਡ ਕਲਾਸ ਵੀ ਡਿਕਲੇਅਰ ਕਰ ਸਕਦੇ ਹਾਂ। ਉਹ ਕਿਵੇਂ ਕਰਾਂਗੇ ਉਹ ਆਪਾਂ ਨੈਕਸਟ ਲੈਕਚਰਸ ਦੇ ਵਿੱਚ ਦੇਖਣਾ। ਫਿਲਹਾਲ ਲਈ ਤੁਸੀਂ ਸਿਰਫ ਇੰਨਾ ਸਮਝੋ। ਉਸ ਤੋਂ ਬਾਅਦ ਦੈਨ ਵੀ ਕ੍ਰੀਏਟ ਓਬਜੈਕਟਸ ਆਫ ਦੈਟ ਕਲਾਸ ਵਿਚ ਯੂਜ਼ ਥੀਸ ਡਾਟਾ ਮੈਂਬਰਸ ਐਂਡ ਕੋਡ ਟੂ ਪਰਫੋਰਮ ਓਪਰੇਸ਼ਨਸ ਔਨ ਥੀਸ ਡਾਟਾ ਮੈਂਬਰਸ, ਠੀਕ ਹੈ। ਹੁਣ ਜੋ ਵੀ ਆਪਾਂ ਡਾਟਾ ਮੈਂਬਰਸ ਡਿਕਲੇਅਰ ਕੀਤੇ ਆ ਉਹਨਾਂ ਦੇ ਉੱਪਰ ਆਪਾਂ ਕੋਈ ਨਾ ਕੋਈ ਓਪਰੇਸ਼ਨਸ ਲਗਾਵਾਂਗੇ। ਹੁਣ ਓਪਰੇਸ਼ਨਸ ਲਗਾਉਣ ਲਈ, ਐਕਸ਼ਨ ਪਰਫੋਰਮ ਕਰਨ ਲਈ ਆਪਣੇ ਕੋਲ ਕੀ ਨੇ? ਫੰਕਸ਼ਨਸ, ਕਲੀਅਰ। ਉਸ ਤੋਂ ਬਾਅਦ ਨੈਕਸਟ ਜਿਹੜਾ ਪੁਆਇੰਟ ਹੈ ਕਿ ਓਪਸ ਜਿਹੜੇ ਆ ਓਬਜੈਕਟ ਓਰੀਐਂਟਡ ਅਪਰੋਚ ਹੈ ਜਿਹੜੀ, ਓਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਹੈ ਜਿਹੜੀ, ਉਹ ਡਾਟਾ ਨੂੰ ਐਜ਼ ਅ ਕ੍ਰਿਟੀਕਲ ਮੈਂਬਰ ਲੈਂਦੀ ਹੈ ਕਿ ਸਭ ਤੋਂ ਇੰਪੋਰਟੈਂਟ ਡਾਟਾ, ਠੀਕ ਹੈ, in the program development and does not allow to flow freely around the system। ਹੁਣ ਇਹ ਜਿਹੜਾ ਪੁਆਇੰਟ ਹੈ ਵੀ does not allow it to flow freely, ਆਪਾਂ ਹੁਣੇ ਪ੍ਰੋਗਰਾਮ 'ਚ ਦੇਖਿਆ ਕਿ ਹੁਣ x ਨੂੰ ਆਪਾਂ ਐਜ਼ ਅ ਡਾਟਾ ਮੈਂਬਰ ਲਗਾਤਾ ਕਲਾਸ ਦਾ, ਉਹ ਸਿਰਫ ਐਕਸੈਸ ਹੋ ਸਕਦਾ ਹੈ ਥਰੂ ਫੰਕਸ਼ਨਸ ਜਿਹੜੇ ਉਸ ਕਲਾਸ ਦੇ ਮੈਂਬਰ ਨੇ। ਜਿਵੇਂ ਐਡ ਤੇ ਸਬਟਰੈਕਸ਼ਨ, ਦੋ ਮੈਂਬਰ ਸੀਗੇ ਉਸ ਕਲਾਸ ਦੇ ਤੇ ਇਹ ਉਹਨਾਂ ਨੂੰ ਯੂਜ਼ ਕਰ ਸਕਦੇ ਸੀ ਉਸ ਐਕਸ ਨੂੰ ਜੋ ਆਪਾਂ ਐਜ਼ ਅ ਡਾਟਾ ਮੈਂਬਰ ਡਿਕਲੇਅਰ ਕੀਤਾ। ਬਟ ਜਿਹੜਾ ਮਲਟੀ ਨਾਮ ਦਾ ਫੰਕਸ਼ਨ ਸੀ ਉਹ ਆਊਟਸਾਈਡ ਸੀਗਾ ਕਲਾਸ, ਮੈਂਬਰ ਨਹੀਂ ਸੀ ਕਲਾਸ ਦਾ, ਠੀਕ ਹੈ। ਤਾਂ ਉਹ ਉਹਨੂੰ ਐਕਸੈਸ ਨਹੀਂ ਕਰ ਸਕਦਾ ਸੀ, ਠੀਕ ਹੈ ਜੀ। ਹੁਣ ਨੈਕਸਟ ਜਿਹੜਾ ਪੁਆਇੰਟ ਹੈ ਉਹ ਕੀ ਹੈ ਕਿ ਇਟ ਟਾਈਜ਼ ਦਾ ਡਾਟਾ ਮੋਰ ਕਲੋਜ਼ਲੀ ਟੂ ਫੰਕਸ਼ਨਸ that operate on it, ਠੀਕ ਹੈ। ਇਸ ਲਈ ਦਾ ਕੀ ਮਤਲਬ ਹੈ ਕਿ ਆਪਾਂ ਇੱਕ ਕਲਾਸ ਦੇ ਅੰਦਰ ਡਾਟਾ ਮੈਂਬਰ ਵੀ ਆਪਾਂ ਰੱਖ ਦਿੰਦੇ ਹਾਂ ਤੇ ਨਾਲ ਦੀ ਨਾਲ ਫੰਕਸ਼ਨਸ ਵੀ ਰੱਖ ਦਿੰਦੇ ਹਾਂ ਜਿਨ੍ਹਾਂ ਦੇ ਨਾਲ ਆਪਾਂ ਉਹਨਾਂ ਡਾਟਾ ਮੈਂਬਰਸ ਨੂੰ ਪ੍ਰੋਸੈਸ ਕਰਨਾ, ਠੀਕ ਹੈ ਜੀ। ਹੁਣ ਪ੍ਰੋਟੈਕਟ ਇਟ ਫਰੋਮ ਐਕਸੀਡੈਂਟਲ ਮੋਡੀਫਿਕੇਸ਼ਨ ਫਰੋਮ ਦਾ ਆਊਟਸਾਈਡ ਫੰਕਸ਼ਨਸ, ਠੀਕ ਹੈ। ਕਿਵੇਂ ਪ੍ਰੋਟੈਕਟ ਕਰਦਾ ਕਿ ਆਊਟਸਾਈਡ ਫੰਕਸ਼ਨ ਕੋਲ ਐਕਸੈਸ ਹੀ ਨਹੀਂ ਹੈਗਾ ਉਸ ਡਾਟਾ ਮੈਂਬਰਸ ਨੂੰ ਐਕਸੈਸ ਕਰਨ ਦਾ ਜੋ ਕਿਸੇ ਕਲਾਸ ਦੇ ਨੇ, ਠੀਕ ਹੈ। ਸਿਰਫ ਉਹੀ ਫੰਕਸ਼ਨ ਐਕਸੈਸ ਕਰ ਸਕਦੇ ਆ ਜਿਹੜੇ ਉਸ ਕਲਾਸ ਦੇ ਮੈਂਬਰ ਨੇ, ਠੀਕ ਹੈ, ਜੋ ਆਪਾਂ ਉਸ ਕਲਾਸ ਦੇ ਅੰਦਰ ਡਿਫਾਈਨ ਕੀਤੇ ਹੋਏ ਆ, ਠੀਕ ਹੈ। ਤੇ ਫੰਕਸ਼ਨਸ ਨੂੰ ਵੀ ਆਪਾਂ ਕਾਲ ਕਿਵੇਂ ਕਰਨੀ ਹੈ? ਉਸ ਕਲਾਸ ਦੇ ਓਬਜੈਕਟ ਦੇ ਨਾਲ, ਠੀਕ ਹੈ। ਹੁਣ ਐਗਜ਼ਾਮਪਲ ਲਈ ਜਿਵੇਂ ਆਪਾਂ ਪਰਸਨ ਕਲਾਸ ਦੇਖੀ ਸੀ, ਠੀਕ ਹੈ। ਹੁਣ ਪਰਸਨ ਹੈ, ਪਰਸਨ ਬਾਰੇ ਆਪਾਂ ਨੂੰ ਕੀ ਡਾਟਾ ਮਿਲਦਾ? ਜਿਵੇਂ ਉਹਦਾ ਨੇਮ ਹੈ, ਏਜ ਹੈ, ਕੰਟੈਕਟ ਐਡਰੈਸ ਹੈ, ਠੀਕ ਹੈ। ਉਸ ਤੋਂ ਬਾਅਦ
ਹੁਣ ਜੋ ਵੀ ਇਨਫੋਰਮੇਸ਼ਨ ਮਿਲ ਰਹੀ ਹੈ, ਜੋ ਵੀ ਡਾਟਾ ਮਿਲ ਰਿਹਾ, ਜੋ ਵੀ ਐਟਰੀਬਿਊਟਸ ਮਿਲ ਰਹੇ, ਉਹ ਆਪਣੇ ਕੀ ਬਣ ਜਾਣੇ ਨੇ, ਉਸ ਕਲਾਸ ਦੇ ਡਾਟਾ ਮੈਂਬਰਸ ਬਣ ਜਾਣੇ ਨੇ। ਠੀਕ ਹੈ, ਹੁਣ ਜੋ ਵੀ ਤੁਸੀਂ ਆਪਰੇਸ਼ਨਸ ਲਗਾਉਣੇ ਆ ਉਹ ਆਪਣੇ ਕੋਲ ਫੰਕਸ਼ਨ ਆ ਜਾਣੇ ਆ, ਕਿ ਜਿਵੇਂ ਇਨਪੁੱਟ ਕਰਨਾ ਹੈ ਡਾਟਾ ਜਾਂ ਤੁਸੀਂ ਪ੍ਰਿੰਟ ਕਰਨਾ ਹੈ ਡਾਟਾ। ਠੀਕ ਹੈ, ਉਹ ਤੁਹਾਡੇ ਫੰਕਸ਼ਨ ਆ ਜਾਣੇ ਆ। ਉਹਨਾਂ ਫੰਕਸ਼ਨਸ ਨੂੰ ਵੀ ਆਪਾਂ ਉਸ ਕਲਾਸ ਦੇ ਅੰਦਰ ਡਿਫਾਈਨ ਕਰ ਦਾਂਗੇ। ਠੀਕ ਹੈ, ਹੁਣ ਪਰਸਨ ਆਪਣੇ ਕੋਲ ਨੰਬਰ ਆਫ ਪਰਸਨ ਨੇ, ਹਰ ਇੱਕ ਪਰਸਨ ਦਾ ਆਪਣੇ ਕੋਲ ਨੇਮ ਹੈ, ਏਜ ਹੈ, ਕੰਟੈਕਟ ਹੈ ਨਾ, ਅਲੱਗ-ਅਲੱਗ ਨੇ ਸਾਰਿਆਂ ਦਾ। ਜਿੰਨੇ ਵੀ ਆਪਣੇ ਕੋਲ ਪਰਸਨ ਨੇ 10 ਨੇ 15 ਨੇ, ਉਹਨੇ ਉਸ ਕਲਾਸ ਦੇ ਆਪਾਂ ਕੀ ਬਣਾ ਦੇਣੇ ਨੇ, ਉਹ ਵੇਰੀਏਬਲਸ ਬਣਾ ਦੇਣੇ ਨੇ, ਜਿਨ੍ਹਾਂ ਨੂੰ ਆਪਾਂ ਕੀ ਬੋਲਦੇ ਹਾਂ, ਆਬਜੈਕਟ। ਹੁਣ ਅਗਰ ਤੁਸੀਂ P1 ਦਾ ਡਾਟਾ ਐਡ ਕਰਨਾ ਹੈ ਤੇ ਆਪਾਂ ਇਨਪੁੱਟ ਫੰਕਸ਼ਨ ਹੈ ਜਿਹੜਾ ਉਹਨੂੰ P1 ਦੇ ਨਾਲ ਕਾਲ ਕਰ ਲਾਂਗੇ, P1 ਡੋਟ ਇਨਪੁੱਟ ਫੰਕਸ਼ਨ। ਅਗਰ ਪਰਸਨ 2 ਦਾ ਤੁਸੀਂ ਡਾਟਾ ਐਂਟਰ ਕਰਨਾ ਤੇ P2 ਡੋਟ ਇਨਪੁੱਟ ਫੰਕਸ਼ਨ ਨੂੰ ਕਾਲ ਕਰ ਲਾਂਗੇ। ਠੀਕ ਹੈ, ਜਿਸ ਵੀ ਆਬਜੈਕਟ ਨੂੰ ਆਬਜੈਕਟ ਦਾ ਆਪਾਂ ਡਾਟਾ ਐਂਟਰ ਕਰਨਾ ਹੈ ਉਹਦੇ ਨਾਲ ਆਪਾਂ ਫੰਕਸ਼ਨ ਨੂੰ ਕਾਲ ਕਰ ਲੈਣੀ ਹੈ। ਉਸ ਤੋਂ ਬਾਅਦ ਨੈਕਸਟ ਜਿਹੜਾ ਪੁਆਇੰਟ ਹੈ ਕਿ ਜਿਹੜੀ ਓਪਸ ਹੈ ਉਹ ਅਲਾਓ ਕਰਦਾ ਡੀਕੰਪੋਜੀਸ਼ਨ ਆਫ ਪ੍ਰੋਬਲਮ ਇਨਟੂ ਨੰਬਰ ਆਫ ਐਂਟੀਟੀਜ਼ ਕਾਲਡ ਆਬਜੈਕਟਸ। ਠੀਕ ਹੈ, ਕਿ ਪਰਸਨ 1 ਹੈ, 2 ਹੈ, 3 ਹੈ, ਇਹਨਾਂ ਦਾ ਆਪਾਂ ਡਾਟਾ ਐਂਟਰ ਕਰ ਰਹੇ ਹਾਂ। ਉਸ ਤੋਂ ਬਾਅਦ ਨੈਕਸਟ ਕਿ ਦੈਨ ਬਿਲਡਸ ਡਾਟਾ ਐਂਡ ਫੰਕਸ਼ਨ ਅਰਾਊਂਡ ਥੀਸ ਆਬਜੈਕਟਸ। ਠੀਕ ਹੈ, ਮਤਲਬ ਕਲਾਸ ਦੇ ਅੰਦਰ ਆਪਣੇ ਕੋਲ ਕੀ ਹੈ, ਡਾਟਾ ਵਾ ਤੇ ਫੰਕਸ਼ਨਸ ਨੇ, ਤੇ ਆਬਜੈਕਟ ਕੀ ਹੈ, ਆਬਜੈਕਟ ਉਹਨਾਂ ਨੂੰ ਯੂਜ਼ ਕਰੇਗਾ। ਇਸ ਤਰ੍ਹਾਂ ਆਪਾਂ ਉਸ ਆਬਜੈਕਟ ਦਾ ਡਾਟਾ ਜਿਹੜਾ ਉਹ ਆਪਾਂ ਐਂਟਰ ਕਰ ਸਕਦੇ ਹਾਂ, ਪ੍ਰੋਸੈਸ ਕਰ ਸਕਦੇ ਹਾਂ। ਹੁਣ ਇਹ ਪੁਆਇੰਟ ਉਹੀ ਹੈ ਵੀ ਜਿਹੜਾ ਡਾਟਾ ਹੈ, ਮਤਲਬ ਵੇਰੀਏਬਲਸ ਨੇ ਜਿਹੜੇ ਡਾਟਾ ਮੈਂਬਰਸ ਨੇ ਆਫ ਐਨ ਆਬਜੈਕਟ ਮਤਲਬ ਉਸ ਕਲਾਸ ਦਾ ਜੋ ਆਬਜੈਕਟ ਹੈ ਉਹ ਸਿਰਫ ਐਕਸੈਸਡ ਓਨਲੀ ਬਾय ਦਾ ਫੰਕਸ਼ਨਸ ਐਸੋਸੀਏਟਡ ਵਿਦ ਦਾ ਆਬਜੈਕਟ। ਠੀਕ ਹੈ, ਮਤਲਬ ਸਿਰਫ ਉਹਨਾਂ ਫੰਕਸ਼ਨ ਦੇ ਥਰੂ ਹੀ ਆਪਾਂ ਐਕਸੈਸ ਕਰ ਸਕਦੇ ਹਾਂ ਜੋ ਐਸੋਸੀਏਟ ਕੀਤੇ ਗਏ ਵਿਦ ਦਾ ਆਬਜੈਕਟ। ਠੀਕ ਹੈ, ਮੈਂ ਇੱਕ ਵਾਰੀ ਤੁਹਾਨੂੰ ਹੁਣੇ ਦੇਖਿਆ ਸੀ, ਇਹ ਪੁਆਇੰਟ ਤੁਹਾਨੂੰ ਜਿਹੜਾ ਕਲੀਅਰ ਹੋ ਜਾਏਗਾ ਕਿ data of an object can be accessed only by the functions associated with the object। ਇਹਦਾ ਕੀ ਮਤਲਬ ਹੈਗਾ, ਇਹੀ ਪ੍ਰੋਗਰਾਮ ਹੈ ਜੋ ਆਪਾਂ ਹੁਣੇ ਕੀਤਾ। ਠੀਕ ਹੈ ਜੀ, ਹੁਣ ਪੁਆਇੰਟ ਕੀ ਹੈ ਕਿ ਡਾਟਾ ਆਫ ਐਨ ਆਬਜੈਕਟ ਕੈਨ ਬੀ ਐਕਸੈਸਡ ਓਨਲੀ ਬਾय ਦਾ ਫੰਕਸ਼ਨਸ। ਠੀਕ ਹੈ, ਹੁਣ ਇਹ ਆਪਣੇ ਕੋਲ ਡਾਟਾ ਕੈਨ ਓਨਲੀ ਬੀ ਐਕਸੈਸਡ ਬਾय ਦਾ ਫੰਕਸ਼ਨਸ, ਇਹ ਆਪਣੇ ਕੋਲ ਫੰਕਸ਼ਨਸ ਨੇ। ਠੀਕ ਹੈ, by functions of that object of the function associated with the object। ठीक है, मतलब ਇਹ ਫੰਕਸ਼ਨ ਕਿਹੜੀ ਕਲਾਸ ਦੇ ਨੇ, ਪਰਸਨ ਕਲਾਸ ਦੇ। ਠੀਕ ਹੈ, ਪਰਸਨ ਕਲਾਸ ਦੇ ਫੰਕਸ਼ਨ ਨੇ, ਪਰਸਨ ਕਲਾਸ ਦਾ ਡਾਟਾ ਮੈਂਬਰ ਆ, ਜਿਹੜੇ ਡਾਟਾ ਮੈਂਬਰ ਆ ਉਹ ਫੰਕਸ਼ਨਸ ਦੇ ਥਰੂ ਅਸੈਸ ਹੋਣੇ ਆ। ਠੀਕ ਹੈ, ਤੇ ਫੰਕਸ਼ਨ ਨੂੰ ਕਾਲ ਕਿੱਧਰੋਂ ਹੋਣੀ ਹੈ, ਸੇਮ ਕਲਾਸ ਦੇ ਆਬਜੈਕਟ ਦੇ ਥਰੂ। ਠੀਕ ਹੈ, ਹੁਣ ਇਹ ਪਰਸਨ ਕਲਾਸ ਹੈ ਆਪਣੇ ਕੋਲ, ਇਹਦਾ ਆਪਾਂ ਆਬਜੈਕਟ ਕ੍ਰੀਏਟ ਕਰ ਲਏ P1 P2 ਤੇ P1 ਦੇ ਨਾਲ ਫੰਕਸ਼ਨ ਨੂੰ ਕਾਲ ਕਰ ਲਈ, P2 ਦੇ ਨਾਲ ਕਾਲ ਕਰ ਲਈ। ਠੀਕ ਹੈ ਜੀ, ਦੇਖ ਸਕਦੇ ਹੋ ਆਬਜੈਕਟ A ਇੱਕ ਆਬਜੈਕਟ B, ਦੋ ਆਬਜੈਕਟ ਨੇ। ਠੀਕ ਹੈ, ਦੋਨਾਂ ਦੇ ਅੰਦਰ ਡਾਟਾ ਆ ਰਿਹਾ ਹੈ, ਆਬਜੈਕਟ ਇੱਕ C ਹੈ, ਇਹਦੇ ਅੰਦਰ ਵੀ ਡਾਟਾ ਆ ਰਿਹਾ, ਨਾਲ ਫੰਕਸ਼ਨਸ ਆ ਰਹੇ ਆ ਤੇ ਫੰਕਸ਼ਨਸ ਕਮਿਊਨੀਕੇਟ ਕਰ ਰਹੇ ਆ। ਠੀਕ ਹੈ, ਹੁਣ ਇਹਨੂੰ ਆਪਾਂ ਕੀ ਬੋਲਦੇ ਆ, ਇਹਨੂੰ ਆਪਾਂ ਬੋਲਦੇ ਆ ਮੈਸੇਜ ਪਾਸਿੰਗ। ਠੀਕ ਹੈ, ਫੰਕਸ਼ਨਸ ਕੋਈ ਦੋ ਆਬਜੈਕਟ ਨੇ ਉਹ ਆਪਸ ਵਿੱਚ ਕਮਿਊਨੀਕੇਟ ਕਰਨਗੇ ਫੰਕਸ਼ਨ ਦੇ ਥਰੂ। ਮਤਲਬ ਅਗਰ ਇੱਕ ਆਬਜੈਕਟ ਨੇ ਦੂਸਰੇ ਆਬਜੈਕਟ ਨੂੰ ਮਤਲਬ ਕੋਈ ਡਾਟਾ ਪਾਸ ਕਰਨਾ ਹੈ, ਇੱਕ ਆਬਜੈਕਟ ਤੋਂ ਦੂਸਰੇ ਆਬਜੈਕਟ 'ਚ ਆਪਾਂ ਡਾਟਾ ਕਾਪੀ ਕਰਨਾ ਹੈ। ਠੀਕ ਹੈ, ਸੇਮ ਵੈਲਿਊਜ਼ ਨੇ ਇੱਕ ਆਬਜੈਕਟ ਦੀਆਂ, ਆਪਾਂ ਸੇਮ ਵੈਲਿਊਜ਼ ਦੂਸਰੇ ਆਬਜੈਕਟ ਨੂੰ ਪਾਸ ਕਰਨੀਆਂ ਨੇ। ਠੀਕ ਹੈ, ਤੇ ਇਹ ਆਪਾਂ ਕੰਮ ਕਰਾਂਗੇ ਥਰੂ ਫੰਕਸ਼ਨਸ। ਇਹ ਵੀ ਆਪਾਂ ਪ੍ਰੋਗਰਾਮ ਇਹਦਾ ਵੀ ਆਪਾਂ ਦੇਖਾਂਗੇ। ਠੀਕ ਹੈ, ਜਿਵੇਂ ਕੰਸਟਰਕਟਰ ਦਾ ਕੰਸੈਪਟ ਹੁੰਦਾ ਹੈ, ਕਾਪੀ ਕੰਸਟਰਕਟਰ ਦਾ, ਉਹ ਆਪਾਂ ਦੇਖਾਂਗੇ। ਉਹਦੇ ਵਿੱਚ ਤੁਹਾਨੂੰ ਇਹ ਕਲੀਅਰ ਹੋਏਗਾ ਕਿ ਕਿਵੇਂ ਆਪਾਂ ਡਾਟਾ ਇੱਕ ਆਬਜੈਕਟ ਤੋਂ ਦੂਸਰੇ ਆਬਜੈਕਟ ਵਿੱਚ ਆਪਾਂ ਪਾਸ ਕਰ ਰਹੇ ਹਾਂ। ਓਰੀਐਂਟਡ ਅਪਰੋਚ ਦੀ ਇੱਕ ਐਗਜ਼ਾਮਪਲ ਹੈ ਅਟੈਂਡੈਂਸ ਮੈਨੇਜਮੈਂਟ ਸਿਸਟਮ ਫॉर ਸਟੂਡੈਂਟਸ। ਠੀਕ ਹੈ, ਇੱਕ ਅਟੈਂਡੈਂਸ ਮੈਨੇਜਮੈਂਟ ਸਿਸਟਮ ਹੈ। ਹੁਣ ਇਹਦੇ ਵਿੱਚ ਆਪਣੇ ਕੋਲ ਸਟੂਡੈਂਟ ਵੀ ਆ ਜਾਣਗੇ, ਆਪਣੇ ਕੋਲ ਟੀਚਰਸ ਵੀ ਆ ਜਾਣਗੇ, ਪ੍ਰੋਫੈਸਰਸ। ਠੀਕ ਹੈ, ਹੁਣ ਇਹਦੇ ਅੰਦਰ ਕੀ ਆਪਣੇ ਕੋਲ ਦੋ ਕਲਾਸਿਸ ਬਣ ਜਾਣੀਆਂ ਨੇ, ਇੱਕ ਸਟੂਡੈਂਟ ਦੀ, ਇੱਕ ਪ੍ਰੋਫੈਸਰ ਦੀ। ਹੁਣ ਸਟੂਡੈਂਟ ਦੇ ਵਿੱਚ ਆਪਣੇ ਕੋਲ ਡਾਟਾ ਜਿਵੇਂ ਨੇਮ, ਕਲਾਸ, ਰੋਲ ਨੰਬਰ, ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਜਾਏਗੀ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ ਆਪਣੇ ਕੋਲ ਇਹਦੇ ਵਿੱਚ ਜੋ ਫੰਕਸ਼ਨਸ ਨੇ ਜਿਵੇਂ ਮਾਰਕ ਅਟੈਂਡੈਂਸ। ਠੀਕ ਹੈ, ਜਦੋਂ ਵੀ ਸਟੂਡੈਂਟ ਨੇ ਮਾਰਕ ਅਟੈਂਡੈਂਸ ਕਰਨੀ ਹੈ ਫੰਕਸ਼ਨ ਚੱਲ ਪਏਗਾ, ਜਾਂ ਡਿਸਪਲੇ ਡਾਟਾ ਕਰਨਾ ਹੈ ਆਪਣਾ ਤੋਂ ਡਿਸਪਲੇ ਹੋ ਜਾਏਗਾ। ਠੀਕ ਹੈ, ਇਸੇ ਤਰ੍ਹਾਂ ਹੀ
ਜੋ ਪ੍ਰੋਫੈਸਰ ਕਲਾਸ ਹੈ ਉਹਦੇ ਅੰਦਰ ਆਪਾਂ ਨੂੰ ਕੀ ਡਾਟਾ ਮਿਲ ਜਾਏਗਾ, ਪ੍ਰੋਫੈਸਰ ਦਾ ਨੇਮ ਕੀ ਹੈ, ਡਿਪਾਰਟਮੈਂਟ ਕਿਹੜਾ, ਡਿਪਾਰਟਮੈਂਟ ਆਈਡੀ ਕੀ ਹੈ, ਪ੍ਰੋਫੈਸਰ ਆਈਡੀ ਕੀ ਹੈ, ਇਸ ਤਰ੍ਹਾਂ ਦਾ ਆਪਣੇ ਕੋਲ ਡਾਟਾ ਆ ਜਾਏਗਾ। ਠੀਕ ਹੈ। ਇਸੇ ਤਰ੍ਹਾਂ ਫੰਕਸ਼ਨਸ ਕੀ ਹੋਣਗੇ, ਫੰਕਸ਼ਨ ਕੀ ਐਕਸ਼ਨ ਪਰਫੋਰਮ ਕਰਨੇ। ਹੁਣ ਅਟੈਂਡੈਂਸ ਮੈਨੇਜਮੈਂਟ ਸਿਸਟਮ ਹੈ ਤਾਂ ਪ੍ਰੋਫੈਸਰ ਵੀ ਆਪਣੀ ਅਟੈਂਡੈਂਸ ਲਗਾਉਣਗੇ, ਉਹਦੇ ਵਿੱਚ ਵੀ ਮਾਰਕ ਅਟੈਂਡੈਂਸ ਦਾ ਆ ਜਾਏਗਾ। ਠੀਕ ਹੈ। ਚੈੱਕ ਅਟੈਂਡੈਂਸ ਦਾ ਆ ਜਾਏਗਾ, ਸਟੂਡੈਂਟ ਦੀ ਅਟੈਂਡੈਂਸ ਨੂੰ ਚੈੱਕ ਕਰਨਾ ਹੈ। ਠੀਕ ਹੈ। ਫਾइंड करनी है कोई भी क्लास, डिस्प्ले करना है डाटा। ठीक है। इस तरह के जोड़े फंक्शनस ने ये अपने को आ जाएंगे। क्लीयर। हुण ये ऑब्जैक्ट की बनने, जिमें एक स्टूडेंट क्लास है, हुण ऑब्जैक्ट की ने स्टूडेंट 1 2 3 हर किसी का नेम है, क्लास आ, रोल नंबर आ। जिमें तुसी सपोज तुसी 30 स्टूडेंट हो एक क्लास के अंदर। ठीक है। हुण तुहाडी की क्लास है। ठीक है। स्टूडेंट क्लास है, स्टूडेंट क्लास एक जनरल फॉर्म स्टूडेंट क्लास, तो ਤੁਹਾਡਾ ਹਰ ਕਿਸੇ ਦਾ ਆਪਣਾ ਨੇਮ ਹੈ, ਰੋਲ ਨੰਬਰ ਹੈ, ਅਲੱਗ-ਅਲੱਗ ਐਡਰੈਸ ਹੈ, ਕੰਟੈਕਟ ਨੰਬਰ ਹੈ, ਈਮੇਲ ਆਈਡੀ ਹੈ ਤੁਹਾਡੀ ਹਰ ਇੱਕ ਦੀ ਯੂਨੀਕ। ਠੀਕ ਹੈ। ਹੁਣ ਤੁਸੀਂ ਕੀ ਹੋ, ਤੁਸੀਂ ਆਬਜੈਕਟ ਹੋ ਕਿਹੜੀ ਕਲਾਸ ਦੇ, ਸਟੂਡੈਂਟ ਕਲਾਸ ਦੇ। ਕਲੀਅਰ। ਇਸੇ ਤਰ੍ਹਾਂ ਹੀ ਪ੍ਰੋਫੈਸਰ ਨੇ, ਪ੍ਰੋਫੈਸਰ ਕਲਾਸ ਦੇ ਆਬਜੈਕਟ ਕਿਹੜੇ ਬਣਨਗੇ, ਪ੍ਰੋਫੈਸਰ 1 2 3 4 ਐਨ ਨੰਬਰ ਆਫ। ਠੀਕ ਹੈ। ਹਰ ਇੱਕ ਪ੍ਰੋਫੈਸਰ ਦਾ ਨੇਮ ਹੈ, ਡਿਪਾਰਟਮੈਂਟ ਆਈਡੀ ਹੈ, ਪ੍ਰੋਫੈਸਰ ਆਈਡੀ ਹੈ, ਡਿਪਾਰਟਮੈਂਟ ਕੋਡ ਹੈ। ਠੀਕ ਹੈ। ਹੁਣ ਇਹਦੇ ਵਿੱਚ ਐਗਜ਼ਾਮਪਲ ਵੀ ਲਿਖੀ, ਜਿਵੇਂ ਸਚਿਨ ਸਰ ਹੈ, ਹਰਪ੍ਰੀਤ ਸਰ, ਇੱਦਾਂ ਕੋਈ ਵੀ ਆਪਾਂ ਨਾਮ ਲਿਖ ਸਕਦੇ ਹਾਂ। ਠੀਕ ਹੈ। ਐਗਜ਼ਾਮਪਲ ਲਈ ਹਰ ਕਿਸੇ ਦਾ ਆਪਣਾ ਡਿਪਾਰਟਮੈਂਟ ਕੋਡ ਹੈ, ਆਈਡੀ ਕੋਡ ਹੈ। ਠੀਕ ਹੈ। 6 ਨੇ ਆਪਣੇ ਕੋਲ ਆਬਜੈਕਟ ਓਰੀਐਂਟਡ ਦੀਆਂ ਕਿ ਮੇਨਲੀ ਜਿਹੜਾ ਐਂਫੈਸਿਸ ਆ ਕਿਹਦੇ ਉੱਪਰ ਹੈ, ਡਾਟਾ ਦੇ ਉੱਪਰ। ਠੀਕ ਹੈ ਜੀ। ਜਿਵੇਂ ਕਿ ਓਪਨਲੀ ਫਲੋ ਜਿਹੜਾ ਡਾਟਾ ਦਾ ਉਹ ਰੋਕ ਦਿੰਦਾ ਹੈ ਇਹਦੇ ਨਾਲ। ਠੀਕ ਹੈ। ਜਿਹੜੇ ਪ੍ਰੋਗਰਾਮਸ ਨੇ ਉਹ ਡਿਵਾਈਡ ਕਿਹਦੇ ਵਿੱਚ ਹੁੰਦੇ ਨੇ, ਆਬਜੈਕਟਸ ਦੇ ਵਿੱਚ। ਠੀਕ ਹੈ। ਕਲਾਸਿਸ ਬਣਦੀਆਂ, ਆਬਜੈਕਟਸ ਦਾ ਮਤਲਬ ਕੀ ਹੈ, ਆਬਜੈਕਟ ਦਾ ਮਤਲਬ ਹੈ ਕਿ ਅਲੱਗ-ਅਲੱਗ ਕਲਾਸਿਸ ਬਣਨਗੀਆਂ। ਜਿਵੇਂ ਉਹਦੇ ਵਿੱਚ ਨੰਬਰ ਆਫ ਫੰਕਸ਼ਨਸ ਕ੍ਰੀਏਟ ਹੁੰਦੇ ਆ ਨਾ, ਇੱਦਾਂ ਇਹਦੇ ਵਿੱਚ ਅਲੱਗ-ਅਲੱਗ ਕਲਾਸਿਸ ਬਣਨਗੀਆਂ ਅਤੇ ਹਰ ਇੱਕ ਅਲੱਗ-ਅਲੱਗ ਕਲਾਸਿਸ ਦੇ ਆਬਜੈਕਟ ਹੋਣਗੇ। ਜਿਵੇਂ ਆਪਾਂ ਹੁਣੇ ਐਗਜ਼ਾਮਪਲ ਦੇਖੀ ਹੈ ਅਟੈਂਡੈਂਸ ਮੈਨੇਜਮੈਂਟ ਸਿਸਟਮ। ਹੁਣ ਇਹਦੇ ਵਿੱਚ ਕੀ ਹੈ, ਫੰਕਸ਼ਨ ਨਹੀਂ ਬਣੇ, ਦੋ ਕਲਾਸਿਸ ਬਣੀਆਂ ਨੇ, ਇੱਕ ਸਟੂਡੈਂਟ ਦੀ, ਇੱਕ ਪ੍ਰੋਫੈਸਰ ਦੀ। स्टूडेंट क्लास के अपने ऑब्जेक्ट बनने, प्रोफैसर क्लास के अपने ऑब्जेक्ट्स बनने। ठीक है। भी नंबर ऑफ ऑब्जेक्ट बन गए, प्रोग्राम जो डिवाइड हो गया। ठीक है। क्लासेस के डिवाइड हो गया। उस तो बाद नैक्सट यह भी पॉइंट आप देख चुके हैं कि कम्यूनीकेट करनगे ऑब्जेक्ट्स थ्रू फंक्शनस। ठीक है। मैसेज पासिंग का कंसैप्ट है। सिक्योरिटी ऑफ डाटा जी इंप्लीमेंट की गई थ्रू क्लासेस। ठीक है। वही आप चीज़ देखी सी वो प्रोग्राम के अंदर जिथे आप कैलकुलेट नाम की क्लास बनाई सी। प्रोग्राम है जोड़ा स्मॉल पार्ट्स के डिवाइड होएगा, सेम पॉइंट है। उस तो बाद नैक्सट पॉइंट जो 6 है वो की है कि न्यू फंक्शनस न्यू डाटा जोड़ा कैन बी ईजीली एडिड वैन एवर नैसैसरी। हुण इहदा की मतलब है, क्योंकि प्रोसीजरल ओरीएंटेड दे विच कंपलैक्स प्रोग्राम्स ने जिहड़े आप फंक्शनस के थ्रू करांगे तो वो जी रीडेबिलिटी जी है फंक्शन वो घट जाएगी, एक्यूरेसी घट जाएगी, नंबर ऑफ फंक्शनस इनक्रीज़ हो जाने हैं। ठीक है। कॉलिंग होनी, एक फंक्शन दूसरे को कॉल कर रहा उन्होंने अंडरस्टैंड करना ईजी नहीं होना। इस तरह अगर तुहाडे कोल नवा डाटा है उन्होंने ऐड करना ईजी नहीं होना। ठीक है। पर ये की है ऑब्जैक्ट ओरीएंटेड के केस कि प्रोग्राम जो क्लासिस के डिवाइड होना तो न्यू डाटा न्यू फंक्शन किसी क्लास के अंदर आप डिफाइन करने ईजीली आप कर सकते हैं, ਜਾਂ कोई नवी क्लास क्रिएट करनी है वो आप ईजीली कर सकते हैं। क्लीयर। उस तो बाद नैक्सट जो पॉइंट है 7th लास्ट पॉइंट है जोड़ा कि यह बॉटम अप अप्रोच यूज़ करती है। हुण बॉटम अप अप्रोच का की है यूज़ ਜਾਂ ਇਹਦਾ ਕੀ मीनिंग है वो आप देखना है। बॉटम अप अप्रोच का मतलब की है कि आप पहला कोई भी अगर अपने कोल प्रॉब्लम गिवन है आप प्रॉब्लम नू अलग अलग सब पार्ट्स दे विच डीकंपोज कर दिंदे हैं। ठीक है। सब पार्ट्स मतलब अलग अलग क्लासेस आप क्रिएट कर दिंदे हैं, अलग अलग क्लासेस आप क्रिएट कीतियां, फिर एट द लास्ट आप उन्होंने एज आ एक यूनिट आप देखते हैं, एज आ उन्होंने कंबाइन कर दिंदे हैं। ठीक है। मतलब पहला आप बिल्कुल लोअर लैवल ते जा रहे हैं डीकंपोज करते, फिर एट द लास्ट आप आके आप एक कंबाइन करता, एक एप्लीकेशन बनाती। ठीक है। मतलब फ्रॉम द बॉटम आप अप जा रहे हैं। क्लीयर। हुण एग्जाम्पल लिए आप जिवें हुणे एग्जाम्पल देखी है अटेंडेंस मैनेजमेंट सिस्टम। हुण उहदे विच की कीता आपां उहनूं डीकंपोज करता, एक स्टूडेंट की क्लास क्रिएट कर ली, एक आपां प्रोफैसर वाली क्लास क्रिएट कर ली। ठीक है। अलग अलग आप कर लिया उन्होंने, तो बाद विच
ਕੰਬਾਈਨ ਕਰਕੇ ਆਪਾਂ ਇੱਕ ਐਪਲੀਕੇਸ਼ਨ ਆਪਣੇ ਕੋਲ ਬਣ ਗਈ ਜਿਹਦਾ ਨਾਮ ਕੀ ਹੈਗਾ ਅਟੈਂਡੈਂਸ ਮੈਨੇਜਮੈਂਟ ਸਿਸਟਮ। ਠੀਕ ਹੈ, ਇੱਕ ਐਗਜ਼ਾਮਪਲ ਇਹਦੀ ਹੋਰ ਹੈ ਕਿ ਜਿਵੇਂ ਆਪਾਂ ਕਾਲਜ ਮੈਨੇਜਮੈਂਟ ਸਿਸਟਮ ਆਪਾਂ ਕਰ ਲਈਏ। ਠੀਕ ਹੈ, ਹੁਣ ਇਹਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਜਿਹੜੇ ਮੋਡਿਊਲਸ ਆ ਜਾਣੇ ਆਪਣੇ ਕੋਲ। ਠੀਕ ਹੈ, ਜਿਵੇਂ ਇੱਕ ਅਕਾਊਂਟਸ ਦੀ ਕਲਾਸ ਆਪਣੇ ਕੋਲ ਆ ਜਾਏਗੀ, ਸਟੂਡੈਂਟ ਦੀ ਕਲਾਸ ਆ ਜਾਏਗੀ, ਟੀਚਰ ਦੀ ਕਲਾਸ ਆ ਜਾਏਗੀ, ਹੋਰ ਨੋਨ ਟੀਚਿੰਗ ਕਲਾਸ ਆ ਜਾਏਗੀ। ਠੀਕ ਹੈ, ਲਾਇਬ੍ਰੇਰੀ ਮੈਨੇਜਮੈਂਟ ਦੀ ਕਲਾਸ ਆ ਜਾਏਗੀ, ਕੈਂਟੀਨ ਮੈਨੇਜਮੈਂਟ ਦੀ ਕਲਾਸ ਆ ਜਾਏਗੀ। ਠੀਕ ਹੈ, ਇਸ ਤਰ੍ਹਾਂ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਅਲੱਗ-ਅਲੱਗ ਕਲਾਸਿਸ ਆਪਣੇ ਕੋਲ ਆ ਸਕਦੀਆਂ। ਮਤਲਬ ਪ੍ਰੋਬਲਮ ਨੂੰ ਬਿਲਕੁਲ ਅਲੱਗ-ਅਲੱਗ ਮੋਡਿਊਲਸ 'ਚ ਆਪਾਂ ਡਿਵਾਈਡ ਕਰਕੇ ਉਹਨੂੰ ਆਪਾਂ ਸੋਲਵ ਕਰ ਰਹੇ ਹਾਂ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਕੀ ਹੈ, ਲਾਸਟ 'ਤੇ ਆਪਾਂ ਉਹਨੂੰ ਕੰਬਾਈਨ ਕਰ ਦੇਣਾ। ਫਰੋਮ ਦੀ ਬੋਟਮ ਆਪਾਂ ਅਪ ਜਾਣਾ ਹੈ, ਕੰਬਾਈਨ ਕਰਕੇ ਆਪਣੇ ਕੋਲ ਕਿਹੜੀ ਆਪਣੇ ਕੋਲ ਐਪਲੀਕੇਸ਼ਨ ਬਣ ਜਾਣੀ ਹੈ, ਕਿਹੜਾ ਪ੍ਰੋਗਰਾਮ ਬਣ ਜਾਣਾ ਇੱਕ ਮੇਨ ਕਾਲਜ ਮੈਨੇਜਮੈਂਟ ਸਿਸਟਮ। ਓਕੇ ਸਟੂਡੈਂਟਸ, ਆਈ ਹੋਪ ਕਿ ਤੁਹਾਨੂੰ ਇੰਨਾ ਕਲੀਅਰ ਹੋਇਆ ਹੋਏਗਾ ਕਿ ਪ੍ਰੋਸੀਜਰਲ ਅਪਰੋਚ ਕੀ ਹੈ, ਜਾਂ ਉਹਦੇ ਵਿੱਚ ਕਿਹੜਾ ਡਰਾਬੈਕ ਸੀ ਜਿਹੜਾ ਓਬਜੈਕਟ ਓਰੀਐਂਟਡ ਦੇ ਨਾਲ ਆਪਾਂ ਉਹਨੂੰ ਓਵਰਕਮ ਕੀਤਾ, ਅਤੇ ਓਬਜੈਕਟ ਓਰੀਐਂਟਡ ਦਾ ਬੇਸਿਕ ਕੀ ਆਈਡੀਆ ਹੈਗਾ, ਪ੍ਰੋਗਰਾਮ ਆਪਾਂ ਕਿਵੇਂ ਲਿਖਣਾ, ਪ੍ਰੋਗਰਾਮ ਦਾ ਕੀ ਫੋਰਮੈਟ ਹੈ, ਕਲਾਸ ਕੀ ਹੈ, ਓਬਜੈਕਟ ਕੀ ਹੈ। ਠੀਕ ਹੈ ਜੀ, ਬਾਕੀ ਅਗਰ ਕਿਸੇ ਨੂੰ ਕੋਈ ਡਾਊਟ ਹੈ ਤਾਂ ਇਸ ਵੀਡੀਓ ਨੂੰ ਦੁਬਾਰਾ ਜ਼ਰੂਰ ਦੇਖੋ, ਅਤੇ ਬਾਕੀ ਫਿਰ ਵੀ ਅਗਰ ਕਿਸੇ ਦਾ ਡਾਊਟ ਨਹੀਂ ਕਲੀਅਰ ਹੋ ਰਿਹਾ ਤਾਂ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ। ਠੀਕ ਹੈ ਜੀ, ਓਕੇ ਸਟੂਡੈਂਟਸ, ਥੈਂਕ ਯੂ ਫॉर ਵਾਚਿੰਗ ਦਿਸ ਸੈਸ਼ਨ।